ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭੁਲਿੰਦਰ ਸਿੰਘ ਵਿਰਮਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਪ੍ਰੋਗਰਾਮ ਨਜ਼ਰੀਆ। ਇਸੇ ਸਾਲ ਮਾਰਚ ਦੇ ਮਹੀਨੇ ਵਿੱਚ ਜੋ ਲੋਕ ਆਪਣੇ ਮੁਲਕ ਤੋਂ ਕਿਸੇ ਹੋਰ ਮੁਲਕ ਵਿੱਚ ਸੈਰ ਸਪਾਟੇ ਲਈ, ਬਿਜ਼ਨਸ ਲਈ ਜਾਂ ਕੋਈ ਹੋਰ ਜ਼ਰੂਰੀ ਕੰਮ ਲਈ ਗਏ ਸਨ, ਉਹ ਹੁਣ ਲੋਕਡਾਊਨ ਕਾਰਨ ਉੱਥੇ ਹੀ ਫਸ ਕੇ ਰਹਿ ਗਏ ਨੇ। ਅੰਤਰਰਾਸ਼ਟਰੀ ਉਡਾਨਾਂ ਬੰਦ ਹੋ ਜਾਣ ਕਾਰਨ ਉਹ ਲੋਕ ਵਿਦੇਸ਼ਾਂ ਵਿੱਚ ਹੀ ਫਸੇ ਹੋਏ ਨੇ। ਜੀ ਹਾਂ, ਉਹਨਾਂ ਵੱਲੋਂ ਵਤਨ ਵਾਪਸੀ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਹੀ ਹੋ ਰਹੀਆਂ ਨੇ, ਨਾਕਾਮ ਸਾਬਿਤ ਹੋ ਰਹੀਆਂ ਨੇ। जबकि भारत पहुंचे विदेशी नागरिक लगातार अपने वतन वापस परत रहे हैं, फिर भावें वो आस्ट्रेलिया दे होण, कैनेडा अमेरिका दे होण ਜਾਂ ਫਿਰ ਉਹ ਹੋਣ यूके ਦੇ। ਭਾਰਤ ਸਰਕਾਰ ਵੱਲੋਂ ਹਾਲਾਂ ਤੱਕ ਵਿਦੇਸ਼ਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੋਈ ਯੋਜਨਾ ਹਾਲਾਂ ਤੱਕ ਨਹੀਂ ਉਲੀਕੀ ਗਈ ਹੈ। ਜਦਕਿ यूके, फ्रांस, अमेरिका, साउथ कोरिया, ਆਸਟ੍ਰੇਲੀਆ, ਇੱਥੋਂ ਤੱਕ ਕਿ ਪਾਕਿਸਤਾਨ ਵੀ ਆਪਣੇ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਜ਼ਰੂਰ ਲੈ ਜਾ ਰਹੇ ਹਨ। ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਸੈਰ ਸਪਾਟੇ ਲਈ ਗਏ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਟਾਲ ਮਟੋਲ ਵਾਲੀ ਨੀਤੀ ਵੀ ਅਪਣਾਈ ਜਾ ਰਹੀ ਹੈ। ਭਾਰਤੀ ਸੈਲਾਨੀਆਂ ਨੂੰ ਅੰਤਰਰਾਸ਼ਟਰੀ 에ਅਰਲਾਈਨਸ ਕੰਪਨੀਆਂ ਵੱਲੋਂ ਵੀ ਕੋਈ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ ਅਤੇ ਫਿਰ 에ਅਰਲਾਈਨਸ ਨੇ ਆਪਣੇ ਦਫ਼ਤਰ ਅਤੇ ਫਿਰ ਟੈਲੀਫੋਨ ਨੰਬਰ ਤੱਕ ਬੰਦ ਕੀਤੇ ਹੋਏ ਨੇ। ਇੱਥੋਂ ਤੱਕ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਭੇਜੀਆਂ ਜਾ ਰਹੀਆਂ ਈਮੇਲਸ ਦਾ ਵੀ ਕੋਈ ਪੁਖਤਾ ਜਵਾਬ ਨਹੀਂ ਮਿਲ ਪਾ ਰਿਹਾ। ਇਹਨਾਂ ਸੈਲਾਨੀਆਂ ਦੇ ਸੈਰ ਸਪਾਟਾ ਤੇ ਸਿਹਤ ਬੀਮਾ ਕਰਨ ਵਾਲੀਆਂ ਕੰਪਨੀਆਂ ਨੇ ਕੋਰੋਨਾ ਮਹਾਮਾਰੀ ਦੇ ਚਲਦਿਆਂ ਇਹਨਾਂ ਦੇ ਬੀਮਾ ਦੀਆਂ ਪਾਲਿਸੀਜ਼ ਨੂੰ ਵੀ ਅੱਗੇ ਨਹੀਂ ਵਧਾਇਆ, ਜਿਸ ਨਾਲ ਉਹਨਾਂ ਨੂੰ ਸਿਹਤ ਸਹੂਲਤਾਂ ਲੈਣ ਵਿੱਚ ਵੀ ਭਾਰੀ ਔਕੜਾਂ ਪੇਸ਼ ਆ ਰਹੀਆਂ ਨੇ। ਵਿਦੇਸ਼ਾਂ ਵਿੱਚ ਵੀ ਤਾਲਾਬੰਦੀ ਹੋਣ ਨਾਲ ਇਹ ਭਾਰਤੀ ਨਾਗਰਿਕ 에ਅਰਲਾਈਨਸ ਦਫ਼ਤਰ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਹੋ ਰਹੇ ਨੇ ਅਤੇ ਫਿਰ ਉਹਨਾਂ ਵੱਲੋਂ ਹੋਰ ਸਾਧਨਾਂ ਰਾਹੀਂ ਬੀਮਾ ਕੰਪਨੀਆਂ, 에ਅਰਲਾਈਨਸ, 에ਅਰਪੋਰਟ ਅਥਾਰਟੀ, ਹਾਈ ਕਮਿਸ਼ਨ ਅਤੇ ਫਿਰ ਕਾਉਂਸਲੇਟ ਜਨਰਲ ਦੇ ਦਫ਼ਤਰਾਂ ਵਿੱਚ ਟੈਲੀਫੋਨ ਅਤੇ ਫਿਰ ਈਮੇਲ ਰਾਹੀਂ ਸੰਪਰਕ ਕਰਨ ਤੇ ਵੀ ਕੋਈ ਢੁਕਵਾਂ ਜਵਾਬ ਨਹੀਂ ਮਿਲਦਾ ਵਿਖਾਈ ਦੇ ਰਿਹਾ। ਮਾਯੂਸੀ ਦਾ ਆਲਮ ਇੱਥੋਂ ਤੱਕ ਵੱਧ ਗਿਆ ਕਿ ਸੰਸਥਾਵਾਂ ਦੇ ਨਾਲ सोशल मीडिया प्लेटफॉर्म से ये भारतीय सैलानी अपना रोष प्रकट कर रहे हैं। पर आखिर सच की है ਅਤੇ ਫਿਰ ਕੀ ਹੈ ਨਜ਼ਰੀਆ ਇਸ ਸਮੇਂ ਸੈਲਾਨੀਆਂ ਦਾ, ਇਹ ਜਾਣਨਾ ਅੱਜ ਸਮੇਂ ਦੀ ਜ਼ਰੂਰਤ ਵੀ ਹੈ। ਕਿਉਂਕਿ ਇੱਕ ਪਾਸੇ ਜਿੱਥੇ ਕਿ ਭਾਰਤੀ ਸਰਕਾਰ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਤਾਂ ਦੂਜੇ ਪਾਸੇ ਜ਼ਰੂਰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, यूके ਵੱਲੋਂ ਜ਼ਰੂਰ ਆਪਣੀਆਂ ਫਲਾਈਟ ਸ਼ੁਰੂ ਕੀਤੀਆਂ ਗਈਆਂ ਨੇ, ਪਰ ਹਲੇ ਵੀ ਵੱਡੀ ਗਿਣਤੀ ਵਿੱਚ ਪੰਜਾਬ ਵਿੱਚ ਵੀ ਕਈ ਐਨਆਰਆਈਜ਼ ਫਸੇ ਹੋਏ ਨੇ ਅਤੇ ਉਹਨਾਂ ਦੀ ਹੁਣ ਜਿਹੜੀ ਦਸ਼ਾ ਹੈ ਉਹ ਦੁਰਦਸ਼ਾ ਵਿੱਚ ਤਬਦੀਲ ਹੋ ਰਹੀ ਹੈ, ਕਿਉਂਕਿ ਉਹ ਇਸ ਸਮੇਂ ਘਰ ਵਿੱਚ ਕੈਦ ਹੋ ਕੇ ਰਹਿ ਗਏ ਨੇ ਅਤੇ ਉਹਨਾਂ ਤੇ ਲੋਕ ਜਿਹੜੀ ਹੈ ਗਲਤ ਨਜ਼ਰਾਂ ਨਾਲ ਉਹਨਾਂ ਨੂੰ ਦੇਖ ਰਹੇ ਨੇ ਕਿ ਕਿਉਂਕਿ ਇਹ ਬਾਹਰ ਤੋਂ ਆਏ ਨੇ, ਵਿਦੇਸ਼ਾਂ ਤੋਂ ਆਏ ਨੇ ਅਤੇ ਫਿਰ ਇਹ ਆਪਣੇ ਨਾਲ ਕੋਰੋਨਾ ਵਾਇਰਸ ਲੈ ਕੇ ਆਏ ਨੇ। ਪਰ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਜਿਹੜੀ ਪਹਿਲੀ ਬਜ਼ੁਰਗ ਸ਼ਖਸੀਅਤ ਦੀ ਮੌਤ ਹੋਈ ਸੀ ਉਹ ਕੋਰੋਨਾ ਵਾਇਰਸ ਕਾਰਨ ਹੋਈ ਸੀ ਅਤੇ ਉਹ ਬਾਹਰ ਦਾ ਸ਼ਖਸ ਸੀ, ਬਾਹਰੋਂ ਹੀ ਉਹ ਪੰਜਾਬ ਵਿੱਚ ਪਹੁੰਚਿਆ ਸੀ। ਸੋ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਗਲਤ ਨਜ਼ਰੀਏ ਨਾਲ ਹੁਣ ਐਨਆਰਆਈਜ਼ ਨੂੰ ਦੇਖ ਰਹੇ ਨੇ। ਸੋ ਐਨਆਰਆਈਜ਼ ਤੇ ਹੁਣ ਇਸ ਸਮੇਂ ਦੌਰੀ ਮਾਰ ਜ਼ਰੂਰ ਪੈ ਰਹੀ ਹੈ। ਇੱਕ ਤਾਂ ਆਪਣੇ ਘਰ ਵਿੱਚ ਕੈਦ ਹੋ ਕੇ ਰਹਿ ਗਏ ਨੇ ਅਤੇ ਫਿਰ ਉਹ ਆਪਣੇ ਘਰ ਵਾਪਸ ਵਤਨ ਵਾਪਸੀ ਵੀ ਨਹੀਂ ਹੋ ਪਾ ਰਹੀ। ਪਰ ਜਿਹੜੇ ਦੂਜੇ ਪਾਸੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, यूके, ਫਰਾਂਸ, ਇਹਨਾਂ ਮੁਲਕਾਂ ਤੋਂ ਜੋ ਫਲਾਈਟਸ ਆ ਵੀ ਰਹੀਆਂ ਨੇ, ਪਰ ਉਹਨਾਂ ਦੀ ਪੁਖਤਾ ਜਾਣਕਾਰੀ ਜਿਹੜੀ ਹੈ ਉਹਨਾਂ ਦੇ ਨਾਗਰਿਕਾਂ ਤੱਕ ਨਹੀਂ ਪਹੁੰਚ ਪਾ ਰਹੀ ਹੈ। ਇਹਨਾਂ ਸਭ ਗੱਲਾਂ ਦਾ ਅਸੀਂ ਅੱਜ ਜ਼ਿਕਰ ਕਰਾਂਗੇ, ਕਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਅਤੇ ਫਿਰ ਕਿਸ ਤਰ੍ਹਾਂ ਹੋਰ ਜਥੇਬੰਦੀਆਂ ਇਹਨਾਂ ਨੂੰ ਵਾਪਸ ਵਤਨ ਵਾਪਸੀ ਦੇ ਉਪਰਾਲੇ ਕਰ ਰਹੀਆਂ। ਸੋ ਇਸ ਬਾਬਤ ਗੱਲ ਕਰਨ ਲਈ ਅੱਜ ਸਾਡੇ ਨਾਲ ਕੁਝ ਖਾਸ ਮਹਿਮਾਨ ਮੌਜੂਦ ਨੇ। ਤੁਹਾਨੂੰ ਦੱਸ ਦਈਏ ਕੈਨੇਡਾ ਤੋਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਸਾਹਿਬ ਅੱਜ ਸਾਡੇ ਨਾਲ ਮੌਜੂਦ ਨੇ। ਧਾਲੀਵਾਲ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਵਿੱਚ। ਬਹੁਤ-ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ। ਇਸ ਤੋਂ ਇਲਾਵਾ ਸੀਨੀਅਰ ਜਰਨਲਿਸਟ ਸਰਦਾਰ ਗੁਰਜਤਿੰਦਰ ਸਿੰਘ ਰੰਧਾਵਾ ਵੀ ਇਸ ਸਮੇਂ ਸਾਡੇ ਨਾਲ ਸੈਕਰਾਮੈਂਟੋ ਤੋਂ ਮੌਜੂਦ ਨੇ। ਰੰਧਾਵਾ ਸਾਹਿਬ, ਬਹੁਤ-ਬਹੁਤ ਸਵਾਗਤ ਕਰਦਾ ਤੁਹਾਡਾ ਇਸ ਖਾਸ ਪ੍ਰੋਗਰਾਮ ਵਿੱਚ। ਸਮੇਂ-ਸਮੇਂ ਤੇ ਤੁਸੀਂ ਆਪਣਾ ਸਮਾਂ ਦਿੰਦੇ ਰਹਿੰਦੇ ਹੋ, ਬਹੁਤ-ਬਹੁਤ ਸ਼ੁਕਰੀਆ। ਇਸ ਤੋਂ ਇਲਾਵਾ ਓਹਾਇਓ ਤੋਂ ਸਰਦਾਰ ਸਮੀਪ ਸਿੰਘ ਗੁਮਟਾਲਾ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਜੋ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਨੇ ਅਤੇ ਫਿਰ ਸਮੇਂ-ਸਮੇਂ ਤੇ ਨਵੀਆਂ ਫਲਾਈਟਸ ਸ਼ੁਰੂ ਕਰਵਾਉਣ ਦੇ ਉਪਰਾਲੇ ਸਰਕਾਰਾਂ ਤੋਂ ਕਰਵਾਉਂਦੇ ਰਹਿੰਦੇ ਨੇ ਤਾਂ ਜੋ ਆਮ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲ ਸਕਣ। ਗੁਮਟਾਲਾ ਸਾਹਿਬ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਵਿੱਚ। ਔਰ ਆਮ ਲੋਕਾਂ ਦੇ ਨਾਲ ਜੋ ਸਵਾਲ ਇੱਥੇ ਖੜੇ ਹੋ ਰਹੇ ਨੇ ਉਹ ਜ਼ਰੂਰ ਮੈਂ ਪੁੱਛਣਾ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਧਾਲੀਵਾਲ ਸਾਹਿਬ, ਮੈਂ ਤੁਹਾਡੇ ਕੋਲ ਹੀ ਆਵਾਂਗਾ ਕਿਉਂਕਿ ਕੈਨੇਡਾ ਦੇ ਕਈ ਬਸ਼ਿੰਦੇ ਨੇ, ਕਈ ਨਾਗਰਿਕ ਨੇ ਜੋ ਕਿ ਇਸ ਸਮੇਂ ਭਾਰਤ ਵਿੱਚ ਫਸੇ ਹੋਏ ਨੇ, ਹੋਰਨਾਂ ਮੁਲਕਾਂ 'ਚ ਫਸੇ ਹੋਏ ਨੇ। ਕਿਸ ਤਰ੍ਹਾਂ ਦੇ ਉਪਰਾਲੇ ਤੁਹਾਨੂੰ ਲੱਗਦਾ ਕਿ ਇਸ ਸਮੇਂ ਹੋ ਰਹੇ ਨੇ? ਕੀ ਉਹ ਕਾਫੀ ਨੇ ਉਪਰਾਲੇ ਤੁਹਾਡੇ ਸਰਕਾਰ ਵੱਲੋਂ ਜੋ ਹੋ ਰਹੇ ਨੇ? ਦੇਖੋ, ਜਿਹੜੇ ਤੁਸੀਂ ਉਪਰਾਲਿਆਂ ਦੀ ਗੱਲ ਕਰਦੇ ਹੈਗੇ ਹੋ, ਕੈਨੇਡਾ ਸਰਕਾਰ ਤੇ ਸਾਡੇ ਹਾਈ ਕਮਿਸ਼ਨਰ, ਉਹਨਾਂ ਦੀ ਟੀਮ ਜਿਹੜੀ ਆ ਉਹ ਪੂਰੇ ਜ਼ੋਰ ਦੇ ਨਾਲ ਕੰਮ ਕਰਨ ਲੱਗੇ ਹੋਏ ਨੇ। ਸਭ ਨਾਲੋਂ ਪਹਿਲਾਂ ਤਾਂ ਇਹ ਸੀਗੇ ਕਿ ਅਸੀਂ ਜਿਹੜਾ ਸੀਗਾ ਉਹ ਰਿਕੁਐਸਟ ਕੀਤੀ ਵੀ ਸਾਨੂੰ ਇੱਕ ਫਾਰਮ ਭਰਿਆ ਜਾਵੇ, ਉਹਦੇ ਵਿੱਚ ਸਾਨੂੰ ਪਤਾ ਲੱਗ ਜਾਏ ਵੀ ਕਿੰਨੇ ਕੁ ਲੋਕ ਆਉਣਾ ਚਾਹੁੰਦੇ। ਤਕਰੀਬਨ ਉੱਦਾਂ ਗਿਣਤੀ ਸਾਡੀ 40,000 ਤੋਂ 60,000 ਦੇ ਕਰੀਬ ਹੋ ਸਕਦੀ ਹਿੰਦੁਸਤਾਨ ਦੇ ਵਿੱਚ ਜਿਹੜੇ ਕੈਨੇਡੀਅਨ ਗਏ ਆ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ 'ਚੋਂ ਪਹਿਲਾਂ ਸਾਨੂੰ ਇੰਟਰਸਟ ਜਿਹੜਾ ਜ਼ਾਹਰ ਕੀਤਾ ਸੀ ਉਹ 6,000 ਵਿਅਕਤੀਆਂ ਨੇ ਇੰਟਰਸਟ ਜ਼ਾਹਰ ਕੀਤਾ।
ਔਰ ਜਦੋਂ 6000 ਜੀ ਵਿਅਕਤੀ ਆਉਣਾ ਚਾਹੁੰਦੇ ਸੀ ਇੱਥੇ, ਤੇ ਉਹਦੇ ਵਿੱਚ ਅਸੀਂ ਜਿਹੜਾ ਫਰਸਟ ਫੇਜ਼ ਸੀਗਾ ਉਹ ਅਸੀਂ 에ਅਰ ਇੰਡੀਆ ਦੇ ਨਾਲ ਕੋਲੈਬੋਰੇਟ ਕੀਤਾ। 에ਅਰ ਇੰਡੀਆ ਨੇ ਸਾਨੂੰ ਫਲਾਈਟਸ ਜਿਹੜੀਆਂ ਸੀਗੀਆਂ ਉਹ ਅੰਮ੍ਰਿਤਸਰ, ਦਿੱਲੀ, ਬੰਗਲੌਰ ਤੇ ਬੰਬੇ ਤੋਂ ਲੈ ਕੇ ਆਏ ਸੀਗੇ ਲੰਡਨ। ਲੰਡਨ ਤੋਂ ਅਸੀਂ 에ਅਰ ਜੀ ਕੈਨੇਡਾ ਰਾਹੀਂ ਲੈ ਕੇ ਆਏ, ਜਿਹਦੇ ਵਿੱਚ ਅਸੀਂ 2000 ਤੋਂ ਉੱਤੇ ਜਿਹੜੇ ਵਿਅਕਤੀ ਆ ਉਹ ਉਹਨਾਂ ਨੂੰ ਉੱਥੋਂ ਉਹਨਾਂ ਫੇਜ਼ 1 ਫਲਾਈਟਸ ਦੇ ਨਾਲ ਕੱਢ ਲਿਆ। ਔਰ ਉਹਦੇ ਵਿੱਚ ਸਾਡੀ ਅੱਜ ਵੀ ਮੈਂ ਕਹਿ ਸਕਦਾ ਬਈ ਮੇਰੀ ਜਿਹੜੀ ਐਕਸਪੀਰੀਅੰਸ ਆ ਬੜਾ ਡਿਫਰੈਂਟ ਆ। ਸਾਡੀ ਹਿੰਦੁਸਤਾਨ ਜੀ ਸਰਕਾਰ, ਕਿਉਂਕਿ ਜਦੋਂ ਸਾਡੇ ਮੰਤਰੀ ਜਿਹੜੇ ਆ ਫੋਰਨ ਅਫੇਅਰ ਦੇ, ਹਿੰਦੁਸਤਾਨ ਦੇ ਫੋਰਨ ਅਫੇਅਰ ਮੰਤਰੀ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਸਾਨੂੰ ਪੂਰੀ ਜਿਹੜੀ ਆ ਉਹ ਸਹਿਯੋਗ ਦਿੱਤਾ। ਔਰ ਨਾਲ ਹੀ ਜਦੋਂ ਜੀ ਹੁਣ ਮੈਂ ਇੱਥੇ ਦੇਖਦਾ ਹੈਗਾ ਕਿ ਮੇਰੀ ਹਾਈ ਕਮਿਸ਼ਨਰ ਉਹਨਾਂ ਨਾਲ ਮੀਟਿੰਗ ਇੱਥੇ ਟੈਲੀਫੋਨ ਤੇ ਗੱਲਬਾਤ ਹੋਈ, ਉਹ ਪੂਰਾ ਸਾਨੂੰ ਤਿਆਰ ਨੇ ਵੀ ਅਸੀਂ ਕਿਸੇ ਕਿਸਮ ਦੀ ਹੈਲਪ ਦੀ ਲੋੜ ਆ, ਜਿਹੜੇ ਕੈਨੇਡੀਅਨ ਸਟਕ ਹੋਏ ਆ ਹਿੰਦੁਸਤਾਨ 'ਚ, ਅਸੀਂ ਉਹਨਾਂ ਦੀ ਹੈਲਪ ਕਰਨ ਵਾਸਤੇ ਪੂਰਾ ਤਿਆਰ ਹੈਗੇ ਆ। ਜਦੋਂ ਅਸੀਂ ਇਹ ਦੇਖਦੇ ਹੈਗੇ ਆ ਔਰ ਉਹਦੇ ਨੂੰ ਮੱਦੇਨਜ਼ਰ ਰੱਖਦੇ ਅਸੀਂ ਫਿਰ ਇੱਕ ਹੋਰ ਫਾਰਮ ਭਰਾਇਆ, ਜਿਹਦੇ ਵਿੱਚ ਅਸੀਂ ਦੇਖਿਆ ਕਿ ਕਿੰਨੇ ਲੋਕ ਹੁਣ ਹੋਰ ਇੰਟਰਸਟਡ ਆ। ਉਹਦੇ ਵਿੱਚ ਦੇਖਿਆ ਤਾਂ 3800 ਲੋਕ ਨੇ ਜਿਨ੍ਹਾਂ ਨੇ ਇੱਕ ਜਿਹੜਾ ਸੀ ਉਹ ਜ਼ਾਹਰ ਕੀਤਾ ਕਿ ਅਸੀਂ ਕੈਨੇਡਾ ਵਾਪਸ ਆਉਣਾ ਚਾਹੁੰਦੇ ਹਾਂ। ਉਸ ਲਈ ਅਸੀਂ ਕੀ ਕੀਤਾ ਕਿ ਤੁਹਾਨੂੰ ਤਕਰੀਬਨ 14-15 ਫਲਾਈਟਸ ਜਿਹੜੀਆਂ ਸੀ ਉਹ ਚਾਹੀਦੀਆਂ ਤਾਂ ਕਿ ਅਸੀਂ ਸਾਰੇ ਕੈਨੇਡੀਅਨ ਜਿਹੜਾ ਆਉਣਾ ਚਾਹੁੰਦੇ ਉਹਨਾਂ ਨੂੰ ਅਸੀਂ ਲਿਆਈਏ। ਉਹਦੇ ਵਿੱਚ ਅਸੀਂ ਸੈਕੰਡ ਫੇਜ਼ ਸ਼ੁਰੂ ਕੀਤਾ ਹੁਣ ਫਲਾਈਟਸ ਦਾ। ਉਹਦੇ ਵਿੱਚ ਅਸੀਂ 7 ਫਲਾਈਟਸ ਜਿਹੜੀਆਂ ਨੇ ਉਹ ਅਸੀਂ ਇੰਟਰੋਡਿਊਸ ਕੀਤੀਆਂ, ਜਿਹੜੀਆਂ ਕਤਰ 에ਅਰਵੇਜ਼ ਦੀਆਂ, ਉਹ ਅੰਮ੍ਰਿਤਸਰ, ਦਿੱਲੀ, ਬੰਬੇ ਔਰ ਗੁਜਰਾਤ ਤੋਂ ਇੱਕ ਬੰਗਲੌਰ ਤੋਂ, ਉਹ ਜਿਹੜੀਆਂ ਨੇ ਪਹਿਲਾਂ ਦੋਹਾ ਲੈ ਕੇ ਆਉਣਗੀਆਂ, ਦੋਹਾ ਤੋਂ ਮੌਂਟਰੀਅਲ ਤੇ 2 ਕੈਨੇਡਾ ਚੱਲ ਸਕਣਗੇ। ਔਰ ਨਾਲ ਹੀ ਅਸੀਂ ਇੱਕ ਹੋਰ ਜਿਹੜਾ ਫੈਸਲਾ ਲਿਆ, ਉਹਦੇ ਵਿੱਚ 8 ਹੋਰ ਇਹ ਜਿਹੜੀਆਂ ਫਲਾਈਟਸ ਨੇ ਉਹ ਕੱਲੀਆਂ ਹੀ ਜਿਹੜੀਆਂ ਨੇ ਉਹ ਅੰਮ੍ਰਿਤਸਰ ਤੋਂ ਚੱਲਣਗੀਆਂ, ਦੋਹਾ ਦੇ ਥਰੂ ਹੁੰਦੀਆਂ, ਦੋਹਾ ਤੋਂ ਜੀ ਥਰੂ ਹੋ ਕੇ ਉਹ ਵੈਨਕੂਵਰ ਤੇ ਜਿਹੜੀਆਂ ਨੇ ਆਪਣੇ ਟੋਰਾਂਟੋ ਆਉਣਗੀਆਂ। ਔਰ ਇਸ ਨੂੰ ਜਦੋਂ ਆਪਾਂ ਦੇਖਦੇ ਹਾਂ 24 ਟੋਟਲ ਫਲਾਈਟਸ ਜਿਹੜੀਆਂ ਹੁਣ ਤਾਈਂ ਆਈਆਂ, ਉਹਦੇ ਵਿੱਚ ਆਪਾਂ ਦੇਖਿਆ ਜਾਵੇ ਤਾਂ 220 ਤੋਂ ਲੈ ਕੇ 242 ਪੈਸੇਂਜਰ ਆਉਂਦੇ ਆ। ਤਾਂ ਉਹ ਜਿੰਨੇ ਵੀ ਸਿਟੀਜ਼ਨਸ ਨੇ ਆਪਣਾ ਨਾਂ ਦਿੱਤਾ ਤੇ ਉਹ ਸਾਰੇ ਇਹਨਾਂ ਫਲਾਈਟਸ ਰਾਹੀਂ ਜਿਹੜਾ ਵਾ ਉਹ ਵਾਪਸ ਇੱਥੇ ਆ ਸਕਦੇ। ਧੰਨਵਾਦ ਸਾਹਿਬ। ਇੱਥੇ ਇੱਕ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਕਿ ਤੁਹਾਡੇ ਕੋਲ ਕੋਈ ਡਾਟਾ ਮੌਜੂਦ ਹੈ ਕਿ ਇਸ ਸਮੇਂ ਕਿਹੜੇ-ਕਿਹੜੇ ਮੁਲਕਾਂ 'ਚ ਕਿੰਨੇ-ਕਿੰਨੇ ਬਸ਼ਿੰਦੇ, ਕਿੰਨੇ-ਕਿੰਨੇ ਕੈਨੇਡਾ ਦੇ ਜਿਹੜੇ ਨਾਗਰਿਕ ਉਹ ਫਸੇ ਹੋਏ ਨੇ, ਜਿਹੜੇ ਕਿ ਵਾਪਸ ਆਉਣਾ ਚਾਹੁੰਦੇ ਨੇ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤੁਹਾਨੂੰ ਸੰਪਰਕ ਨਹੀਂ ਕਰ ਪਾ ਰਹੇ? ਦੇਖੋ, ਇਹ ਬਿਲਕੁਲ ਨਹੀਂ, ਕਿਉਂਕਿ ਜਿਹੜਾ ਸਾਡਾ ਮੈਂ ਗੱਲ ਕਰ ਸਕਦਾ ਕਿ ਸਾਡਾ ਗਲੋਬਲ ਅਫੇਅਰ ਡਿਪਾਰਟਮੈਂਟ ਜਿਹੜਾ ਉਹਦੇ ਵਿੱਚ ਜਿਹੜੀ ਹੈਗੀ ਰਜਿਸਟ੍ਰੇਸ਼ਨ ਖੁੱਲੀ ਹੈਗੀ। ਉਹਦੇ ਵਿੱਚ ਹਰ ਇੱਕ ਵਿਅਕਤੀ ਜਿਹਨੇ ਉਹਦੇ ਵਿੱਚ ਰਜਿਸਟਰ ਕੀਤਾ ਉਹਨਾਂ ਦਾ ਡਾਟਾ ਜਿਹੜਾ ਸਾਡੇ ਕੋਲ ਹੈ। ਤਕਰੀਬਨ 200 ਤੋਂ ਵੱਧ EMPLOYEE ਜਿਹੜੇ ਆ ਕੈਨੇਡਾ 'ਚ ਬੈਠੇ ਹੈਲਪ ਕਰ ਰਹੇ ਆ। ਬਾਕੀ ਆਪੋ ਆਪਣੇ ਮਿਸ਼ਨ ਜਿੱਥੇ ਬੈਠੇ ਆ ਉੱਥੇ ਮਦਦ ਕਰ ਰਹੇ ਆ। ਜਿੱਦਾਂ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਮਿਸ਼ਨ ਜਿਹੜਾ ਹੈਗਾ ਉਹ ਸਾਡੇ ਹਾਈ ਕਮਿਸ਼ਨਰ ਨਾਦਰ ਪਟੇਲ ਜਿਹੜਾ ਤੇ ਉਹਨਾਂ ਦੀ ਟੀਮ ਰਨ ਕਰ ਰਹੀ ਆ, ਔਰ ਬੜੀ ਕੰਪੀਟੈਂਟ ਟੀਮ ਆ। ਹਰ ਰੋਜ਼ ਜਿਸ ਤਰ੍ਹਾਂ ਦੀ ਸਾਨੂੰ ਦੇਖ ਰਹੇ ਆ ਕਿ ਜ਼ਰੂਰਤ ਹੈ, ਉਸ ਜ਼ਰੂਰਤ ਦੇ ਹਿਸਾਬ ਦੇ ਨਾਲ ਸਾਡੀ ਪਾਲਿਸੀ ਤੇ ਪਲਾਨ ਜਿਹੜੀ ਆ ਉਹ ਵੀ ਚੇਂਜ ਹੁੰਦੀ ਆ। ਔਰ ਹੁਣ ਉਹਨਾਂ ਨੇ ਇਹ ਵੀ ਕਿਹਾ, ਕੱਲ ਸਾਡੀ ਫੇਰ ਕਾਨਫਰੰਸ ਕਾਲ ਸੀ ਹਾਈ ਕਮਿਸ਼ਨਰ, ਮਿਨਿਸਟਰ ਤੇ ਸਾਰੇ ਪਾਰਟੀਆਂ ਦੇ MPs ਦੇ ਨਾਲ। ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ 24 ਫਲਾਈਟਸ ਤੋਂ ਬਾਅਦ ਜੇ ਸਾਨੂੰ ਹੋਰ ਵੀ ਫਲਾਈਟਸ ਚਾਹੀਦੀਆਂ ਹੋਣਗੀਆਂ ਤਾਂ ਅਸੀਂ ਜਿਹੜੀਆਂ ਹੋਰ ਫਲਾਈਟਸ ਵੀ ਜਿਹੜੀਆਂ ਉਹ ਲਾਵਾਂਗੇ, ਅੰਟਿਲ ਇਹ ਮੇਕ ਸ਼ੋਰ ਕਰ ਲਈਏ ਕਿ ਹਰ ਇੱਕ ਕੈਨੇਡੀਅਨ ਜਿਹੜਾ ਬੈਠਾ ਹੈ, ਚਾਹੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ, ਉਹਨਾਂ ਨੂੰ ਅਸੀਂ ਵਾਪਸ ਜਿਹੜਾ ਹੈਗਾ ਉਹ ਇੱਥੇ ਲੈ ਕੇ ਆਵਾਂਗੇ। ਇਹ ਪੁਰਜੋਰ ਯਤਨ ਜਿਹੜਾ ਹੈ ਗੌਰਮੈਂਟ ਦਾ, ਇੱਥੇ ਹੀ ਨਹੀਂ ਬਾਕੀ ਅਸੀਂ ਬਹੁਤ ਸਾਰੀਆਂ ਕੰਟਰੀ ਦੇ ਵਿੱਚੋਂ ਤਕਰੀਬਨ 20,000 ਦੇ ਕਰੀਬ ਜਿਹੜਾ ਕੈਨੇਡੀਅਨ ਇੱਥੇ ਆਉਣਾ ਚਾਹੁੰਦਾ ਸੀਗਾ, ਉਹਨਾਂ ਨੂੰ ਅਸੀਂ ਜਿਹੜਾ ਇੱਥੇ ਲੈ ਕੇ ਆਏ ਹਾਂ। ਬਿਲਕੁਲ, ਤੁਹਾਡੇ ਕੋਲ ਸਵਾਲ ਅਸੀਂ ਫਿਰ ਵੀ ਦੁਬਾਰਾ ਅਸੀਂ ਲੈ ਕੇ ਆਵਾਂਗੇ, ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਰੰਧਾਵਾ ਸਾਹਿਬ, ਹੁਣ ਤੁਹਾਡੇ ਕੋਲ ਮੈਂ ਇੱਥੇ ਆਵਾਂਗਾ ਕਿਉਂਕਿ ਲਗਾਤਾਰ ਤੁਸੀਂ ਆਪਣੀਆਂ ਅਖਬਾਰਾਂ ਵਿੱਚ ਵੀ ਕਈ ਆਰਟੀਕਲਸ ਦਿੰਦੇ ਰਹੇ ਹੋ ਕਿ ਭਾਰਤੀ ਜਿਹੜੇ ਉੱਥੇ ਵਿਦੇਸ਼ਾਂ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਭਾਰਤ ਸਰਕਾਰ ਵਾਪਸ ਲਿਆਉਣ ਦੇ ਯਤਨ ਨਹੀਂ ਕਰ ਪਾ ਰਹੀ। ਦੂਜੇ ਪਾਸੇ ਜੇਕਰ ਅਮਰੀਕਾ, ਕੈਨੇਡਾ ਵਰਗੇ ਜਾਂ ਹੋਰ ਵੱਡੇ ਮੁਲਕਾਂ, ਆਸਟ੍ਰੇਲੀਆ ਦੀ ਗੱਲ ਕਰੀਏ, ਯੂਰਪ ਦੀ ਗੱਲ ਕਰੀਏ, ਤਾਂ ਉਹ ਆਪਣੇ ਨਾਗਰਿਕਾਂ ਨੂੰ ਜ਼ਰੂਰ ਭਾਰਤ ਤੋਂ ਬਾਹਰ ਕੱਢ ਰਹੀ ਹੈ। ਕਿਸ ਤਰ੍ਹਾਂ ਦੀ ਖਬਰਾਂ ਤੁਹਾਡੇ ਕੋਲ ਪਹੁੰਚ ਰਹੀਆਂ ਨੇ, ਤੁਹਾਡੇ ਤੋਂ ਹੀ ਜਾਣਨਾ ਚਾਹਾਂਗੇ। ਭਰਿੰਦਰ ਸਿੰਘ ਜੀ, ਐਕਚੁਅਲੀ ਗੱਲ ਇਹ ਆ ਵੀ ਜਦੋਂ ਦਾ ਕਰੋਨਾ ਵਾਇਰਸ ਹੋਂਦ ਵਿੱਚ ਆਇਆ ਪੂਰੇ ਵਿਸ਼ਵ ਵਿੱਚ, ਇਹ ਬਹੁਤ ਵੱਡੀ ਤਰਾਸਦੀ ਆ, ਕਿਉਂਕਿ ਅਜਿਹੀ ਤਰਾਸਦੀ ਜੇ ਅਸੀਂ ਪਿਛਲਾ ਇਤਿਹਾਸ ਬੋਲੀਏ ਕਦੇ ਵੀ ਨਹੀਂ ਆਇਆ। ਅਮਰੀਕਾ ਦੀ ਆਬਾਦੀ ਜਿਹੜੀ ਆ ਉਹ ਤਕਰੀਬਨ 34 ਕਰੋੜ ਤੋਂ ਵੱਧ ਆ, ਤੇ ਇੱਥੇ ਜਿਹੜੀਆਂ ਮਰਨ ਵਾਲਿਆਂ ਦੀ ਗਿਣਤੀ ਵੀ ਆ ਜਿਹੜੀ ਉਹ ਦੁਨੀਆ ਭਰ 'ਚ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਹੋ ਗਈ ਆ। ਕੱਲੀ ਇਹ
ਸਾਡੇ ਨਾਲ ਤਰਾਸਦੀ ਨਹੀਂ ਹੋਈ ਕਿ ਬੰਦੇ ਉੱਥੇ ਰਹਿ ਗਏ। ਸਾਡੇ ਨਾਲ ਹੋਰ ਵੀ ਬੜੀਆਂ ਇੱਥੇ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ। ਸਾਡੇ ਨਿਊਯਾਰਕ ਏਰੀਆ ਖਾਸ ਕਰਕੇ ਪੂਰੇ ਅਮਰੀਕਾ 'ਚ ਜਿਹੜਾ ਤੇ ਜਾਂ ਨਿਊ ਜਰਸੀ, ਉਸ ਤੋਂ ਬਾਅਦ ਜਿਹੜੀ ਆ ਮ੍ਰਿਤਕਾਂ ਦੀ ਜਿਹੜੀ ਗਿਣਤੀ ਆ ਬਹੁਤ ਜ਼ਿਆਦਾ ਹੋ ਗਈ ਆ। ਉਸ ਤੋਂ ਬਾਅਦ ਜੀ ਜੇ ਆਪਾਂ ਲਾਈਏ ਤੇ ਲਾਸ ਐਂਜਲਸ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਰੋਨਾ ਵਾਇਰਸ ਕਰਕੇ ਉਹ ਮਾਰੇ ਜਾ ਚੁੱਕੇ ਆ। ਬਹੁਤ ਸਾਰੇ ਹੋਰ ਵੀ ਦਾਖਲ ਆ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਪੰਜਾਬ 'ਚ ਜਿਹੜੇ ਸਾਡੇ ਨਾਗਰਿਕ ਜਿਹੜੇ ਰਹਿ ਗਏ ਆ, ਅਸੀਂ ਖਾਸ ਤੌਰ ਤੇ ਉਹਨਾਂ ਤੇ ਸਾਡੀ ਜਿਹੜੀ ਟਿੱਪਣੀਆਂ ਹੁੰਦੀਆਂ ਸਾਡੇ ਆਰਟੀਕਲਾਂ 'ਚ ਵੀ, ਖਬਰਾਂ 'ਚ ਵੀ, ਕਿਉਂਕਿ ਅਹਿਮੀਅਤ ਸਾਡੀ ਜਿਹੜੀ ਦੇਣੀ ਬਣਦੀ ਆ ਇਸ ਵੇਲੇ ਇਹ ਆ, ਕਿਉਂਕਿ ਜਦੋਂ ਅਖਬਾਰਾਂ ਲੋਕ ਪੜ੍ਹਦੇ ਆ ਉਹ ਜਾਣਨਾ ਚਾਹੁੰਦੇ ਆ ਕਿ ਪੰਜਾਬ ਵਿੱਚ ਇਸ ਵੇਲੇ ਕੀ ਹੋ ਰਿਹਾ। ਤੇ ਇਸ ਵੇਲੇ ਵੀ ਜਿਹੜੀਆਂ ਪੰਜਾਬ ਤੋਂ ਸਾਨੂੰ ਖਬਰਾਂ ਆ ਰਹੀਆਂ, ਬਹੁਤ ਸਾਰੇ ਸਾਨੂੰ ਫੋਨ ਵੀ ਆਏ ਆ ਸਾਡੇ ਆਫਿਸ 'ਚ ਕਿ ਜਿਹੜੇ ਲੋਕ ਉੱਥੇ ਰਹਿ ਗਏ ਆ ਉਹ ਬਹੁਤ ਜ਼ਿਆਦਾ ਮੁਸ਼ਕਲ ਵਿੱਚ ਆ। ਤੇ ਉਹਨਾਂ ਨੇ ਬਹੁਤ ਸਾਰੇ ਜਿਹੜੇ ਆਪਣੇ ਆਪਣੇ ਤਰੀਕਿਆਂ ਨਾਲ ਉੱਥੇ, ਜਿਵੇਂ ਕਿ ਪਤਾ ਸਾਰਿਆਂ ਨੂੰ ਕਿ ਇਸ ਵੇਲੇ ਉੱਥੇ ਅਮਰੀਕਨ ਅੰਬੈਸੀ ਨੇ ਜਿਹੜੀ ਆ ਉਹ ਉੱਥੇ ਖੋਲ੍ਹਿਆ ਹੋਇਆ ਕਿ ਤੁਸੀਂ ਆਪਣਾ ਅਪਲਾਈ ਕਰੋ ਆਨਲਾਈਨ ਤੇ ਤੁਹਾਨੂੰ ਜਿਹੜਾ ਉੱਥੇ ਲੈ ਕੇ ਜਾਇਆ ਜਾਵੇਗਾ। ਤੇ ਉੱਥੋਂ ਜਿਹੜੀ ਤੁਹਾਡੀ ਜਿਹੜੀ ਉਹਦੀ ਲੈਟਰ ਜਿਹੜੀ ਤੁਹਾਨੂੰ ਤੁਸੀਂ ਪ੍ਰਿੰਟ ਆਊਟ ਕੱਢੋਗੇ ਉਹ ਤੁਹਾਨੂੰ ਕਰਫਿਊ 'ਚ ਜੀ ਵੀ ਜਾਣ ਲਈ ਤੁਹਾਨੂੰ ਸਹਾਈ ਹੋਵੇਗੀ। ਪਰ ਠੀਕ ਹੈ ਉਹ ਜਿਹੜੀ ਗੱਲ ਆ ਉਹ ਅਸੀਂ ਕਹੀਏ ਤੇ ਉਹ ਪੂਰੇ ਤਰੀਕੇ ਨਾਲ ਉਹ ਜਿਹੜੀ ਹੈਗੀ ਆ ਉਹ ਲਾਗੂ ਨਹੀਂ ਹੋਈ ਹਾਲੇ ਤੱਕ। ਬਹੁਤ ਸਾਰੇ ਲੋਕ, ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਸਾਡੇ ਅਮਰੀਕਾ ਤੋਂ, ਪੰਜਾਬੀ ਭਰਾ ਖਾਸ ਕਰਕੇ ਜਿਹੜੇ ਆ ਉਹ ਫਸੇ ਹੋਏ ਆ। ਤੇ ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਪ੍ਰੋਬਲਮਸ ਜਿਹੜੀਆਂ ਉਹ ਇੱਥੇ ਪੰਜਾਬੀਆਂ ਨੂੰ ਖਾਸ ਤੌਰ ਤੇ ਉਹ ਆ ਰਹੀਆਂ। ਇੱਕ ਨਵਾਂ ਜਿਹੜਾ ਸਾਡੇ ਤੇ ਜਿਹੜੀ ਗਾਜ ਸੁੱਟੀ ਗਈ ਆ ਇੱਥੋਂ ਦੇ ਪ੍ਰੈਜ਼ੀਡੈਂਟ ਟਰੰਪ ਵੱਲੋਂ, ਉਹ ਇਹ ਆ ਕਿ ਜੀ ਫਿਲਹਾਲ ਤੇ ਉਹਨੇ 60 ਦਿਨਾਂ ਲਈ ਜਿਹੜੀ ਆ ਉਹ ਬੈਨ ਲਾ ਦਿੱਤਾ ਸਾਰੀ ਇਮੀਗ੍ਰੇਸ਼ਨ ਪਾਲਿਸੀ ਤੇ। ਜਿੰਨੀਆਂ ਵੀ ਇਮੀਗ੍ਰੇਸ਼ਨ ਪ੍ਰੈਕਟੀਕਲੀ ਜਿਹੜੀਆਂ ਹੋਣੀਆਂ ਉਹ ਬੰਦ ਕਰ ਦਿੱਤੀਆਂ ਉਹਨੇ। ਪਰ ਸਾਨੂੰ ਇਸ ਵੇਲੇ ਡਰ ਇਹ ਆ ਵੀ ਕਿਉਂਕਿ ਇਹ ਇੱਕ ਵੱਖਰੇ ਟਾਈਪ ਦਾ ਪ੍ਰੈਜ਼ੀਡੈਂਟ ਸਾਨੂੰ ਇੱਥੇ ਮਿਲਿਆ। ਸਾਨੂੰ ਇਹ ਡਰ ਆ ਵੀ ਇਹ 60 ਦਿਨ ਤਾਂ ਚਲੋ ਠੀਕ ਆ, ਬਹੁਤ ਜ਼ਰੂਰੀ ਸੀ ਕਿ ਇਤਿਹਾਤ ਵਜੋਂ ਇਹ ਜਿਹੜੀਆਂ ਗੱਲਾਂ ਸੀਗੀਆਂ ਇਹ ਬਹੁਤ ਜ਼ਰੂਰੀ ਸੀਗੀਆਂ ਵੀ ਇਹ 60 ਦਿਨਾਂ ਲਈ ਸਾਰਾ ਕੁਝ ਬੰਦ ਹੋਣਾ ਚਾਹੀਦਾ ਸੀ। ਪਰ ਇਹਦਾ ਇਹ ਨਹੀਂ ਹਾਲੇ ਤੱਕ ਇਹ ਸਾਨੂੰ ਪਤਾ ਲੱਗ ਸਕਿਆ, ਜਾਂ ਸਾਨੂੰ ਪ੍ਰੂਫ ਨਹੀਂ ਹੈਗਾ, ਜਾਂ ਸਾਨੂੰ ਕੋਈ ਮਤਲਬ ਇਹ ਨਹੀਂ ਹੈਗਾ ਵੀ ਇਹ 60 ਦਿਨਾਂ ਨੂੰ ਪਰਮਾਨੈਂਟ ਨਾ ਕਦੇ ਕਰਦੇ, ਸਥਾਈ ਤੌਰ ਤੇ ਜਿਹਨੂੰ ਕਹਿ ਸਕਦੇ ਆ ਉਹ ਜਿਹੜਾ ਇਹ ਲਾਗੂ ਜਿਹੜਾ ਉਹ ਸਥਾਈ ਤੌਰ ਤੇ ਨਾ ਕਰ ਦੇਵੇ ਇਹਨੂੰ। ਇਮੀਗ੍ਰੇਸ਼ਨ ਦੀਆਂ ਜਿਹੜੀਆਂ ਪਾਲਿਸੀਜ਼ ਆ ਟੋਟਲ ਜਿਹੜੇ ਦਫ਼ਤਰ ਬੰਦ ਨਾ ਹੋ ਜਾਣ। ਜਿਵੇਂ ਕਿ ਤੁਹਾਨੂੰ ਪਤਾ ਕਿ ਇੱਥੇ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਆਪਣੇ ਪੰਜਾਬ ਤੋਂ ਜੀ ਖਾਸ ਕਰਕੇ ਬਹੁਤ ਸਾਰੇ ਆਏ ਆ ਤੇ ਪਰਿਵਾਰਾਂ ਨੇ ਅੱਗੇ ਇਮੀਗ੍ਰੇਸ਼ਨ ਤੋਰਨੀ ਹੁੰਦੀ ਆ ਤੇ ਉਹਨਾਂ ਨੇ ਬਿਲਕੁਲ ਆਪਣਾ ਅਪਲਾਈ ਕਰਨਾ। ਉਸ ਤੋਂ ਬਾਅਦ H1 ਵੀਜ਼ਾ ਜਾਂ ਹੋਰ ਵੀਜ਼ਿਆਂ ਤੇ ਵੀ ਲੋਕ ਆਉਂਦੇ ਆ। ਉਹ ਸਾਰਾ ਕੁਝ ਇਸ ਹਮ, ਵੇਲੇ ਟੋਟਲ ਬੰਦ ਕਰ ਦਿੱਤਾ ਗਿਆ। ਠੀਕ ਹੈ ਦੁੱਖ ਇਸ ਗੱਲ ਦਾ ਨਹੀਂ ਕਿ ਉਹਨੇ ਬੰਦ ਕਿਉਂ ਕੀਤਾ, ਅਸੀਂ ਖੁਸ਼ ਹਾਂ। 60 ਦਿਨਾਂ ਲਈ ਸਹਿਆ ਜਾ ਸਕਦਾ ਕਿਉਂਕਿ ਉਹ ਬਣਦਾ 20 ਸੀ। ਪਰ ਸਾਨੂੰ ਪ੍ਰੋਬਲਮ ਇਹ ਆ ਕਿ ਕਿਤੇ ਉਹ ਸਥਾਈ ਤੌਰ ਤੇ ਨਾ ਕਿਤੇ ਇਹ ਕੰਮ ਹੋਵੇ। ਬਿਲਕੁਲ ਉਹ ਸਿਰਫ ਉਹ ਇੱਕ ਖਦਸ਼ਾ ਜ਼ਰੂਰ ਹੈ। ਬਿਲਕੁਲ ਸਮੀਪ ਜੀ, ਹੁਣ ਤੁਹਾਡੇ ਕੋਲ ਮੈਂ ਆਵਾਂਗਾ ਕਿਉਂਕਿ ਕਿਤੇ ਨਾ ਕਿਤੇ ਤੁਸੀਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਵੀ ਹੋ ਔਰ ਲਗਾਤਾਰ ਸਰਕਾਰਾਂ ਦੇ ਸੰਪਰਕ ਵਿੱਚ ਵੀ ਰਹਿੰਦੇ ਹੋ। ਕੋਈ ਨਵੀਂ ਫਲਾਈਟ ਸ਼ੁਰੂ ਕਰਨੀ ਹੋਵੇ ਤਾਂ ਵੀ ਤੁਹਾਡੀ ਜਿਹੜੀ ਇਹ ਸੁਸਾਇਟੀ ਹੈ ਲਗਾਤਾਰ ਵੱਧ ਚੜ ਕੇ ਕੰਮ ਕਰਦੀ ਰਹਿੰਦੀ ਹੈ। ਪਰ ਅੱਜ ਸਮੇਂ ਦੀ ਜ਼ਰੂਰਤ ਇਹ ਹੈ ਕਿ ਲੋਕਾਂ ਦੀ ਨਬਜ਼ ਨੂੰ ਪਛਾਣਿਆ ਜਾਏ, ਲੋਕਾਂ ਦੀਆਂ ਤਕਲੀਫਾਂ ਨੂੰ ਪਛਾਣਿਆ ਜਾਏ ਔਰ ਉਹਨਾਂ ਨੂੰ ਬਾਹਰ ਕੱਢਿਆ ਜਾਏ, ਆਪਣੇ ਘਰਾਂ ਤੱਕ ਪਹੁੰਚਾਇਆ ਜਾਏ। ਕਿਸ ਤਰ੍ਹਾਂ ਦੇ ਉਪਰਾਲੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਨੇ ਜਾਂ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣਗੇ? ਕੀ ਸਰਕਾਰਾਂ ਨਾਲ ਸੰਪਰਕ ਕੋਈ ਸਾਧ ਰਹੇ ਹੋ? ਕੀ ਤੁਹਾਨੂੰ ਕੋਈ NRIs ਆਪਣੀਆਂ ਪ੍ਰੋਬਲਮਸ ਦੱਸ ਰਹੇ ਨੇ? ਹਾਂਜੀ ਜੀ, ਜਿੱਦਣ ਲਾਕਡਾਊਨ ਅਨਾਉਂਸ ਹੋਇਆ ਤੇ ਅਸੀਂ ਸਾਡਾ ਗਰੁੱਪ ਹੈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਸੋਸ਼ਲ ਜੀ ਮੀਡੀਆ ਤੇ, ਫੇਸਬੁੱਕ ਤੇ ਜੀ ਅੰਮ੍ਰਿਤਸਰ 에ਅਰਪੋਰਟ ਅਸੀਂ 에ਅਰਪੋਰਟ ਦਾ ਇੱਕ ਪੇਜ ਬਣਾਇਆ ਐਜ਼ ਅ ਵਲੰਟਰੀ। ਤੇ ਮੈਂ ਜੀ ਦੱਸਾਂਗਾ ਕਿ 23 ਮਾਰਚ ਤੋਂ ਜਦੋਂ ਸ਼ਟਡਾਊਨ ਹੋਇਆ ਸਾਨੂੰ ਰੋਜ਼ ਦੇ ਤਕਰੀਬਨ 1000 ਤੋਂ ਉੱਤੇ ਮੈਸੇਜ, ਸਾਨੂੰ ਰੋਜ਼ ਦੀਆਂ ਕਾਲਾਂ ਵੀ, ਮੇਰੇ ਨੰਬਰ ਵੀ ਕਿਤੇ ਸੀਗਾ ਸ਼ੇਅਰ, ਤੇ ਇੰਨੀਆਂ ਜ਼ਿਆਦਾ ਕਾਲਾਂ ਆ ਰਹੀਆਂ ਸੀ ਖਾਸ ਕਰਕੇ ਜਿਹੜੇ ਸਾਡੇ ਇੰਗਲੈਂਡ ਦੇ ਨੇ ਤੇ ਕੈਨੇਡਾ ਦੇ ਨੇ। ਤੇ ਹੁਣ ਪਿੱਛੇ ਤੋਂ ਇੰਨੀਆਂ ਕਾਲ ਸਾਨੂੰ ਅਮਰੀਕਾ ਤੋਂ ਆ ਰਹੀਆਂ, ਜਿਹੜੇ ਲੋਕ ਨੇ ਪੂਰੇ ਦੁਨੀਆ ਤੋਂ ਆ ਰਹੀਆਂ ਨੇ ਕਾਲਸ, ਆਸਟ੍ਰੇਲੀਆ ਸਾਰੇ ਪਾਸਿਓਂ। ਤੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਉਹ ਅਸੀਂ ਪੂਰਾ ਇੱਕ ਸ਼ੀਟ ਬਣਾ ਕੇ ਅਸੀਂ ਆਪਣੇ ਪੇਜ ਤੇ ਕਿ ਕਿਹੜੀ ਕੰਟਰੀਜ਼ ਨੇ, ਜਿਸ ਤਰ੍ਹਾਂ ਹੁਣੇ MP ਧਾਲੀਵਾਲ ਜੀ ਨੇ ਦੱਸਿਆ ਕਿ ਕੈਨੇਡਾ ਦੀ ਵੈਬਸਾਈਟ ਹੈਗੀ travel.gc.ca, ਉਸੇ ਤਰ੍ਹਾਂ ਅਸੀਂ ਜਿਹੜੀ ਅਮਰੀਕਾ, ਆਸਟ੍ਰੇਲੀਆ, ਜਿੰਨੀਆਂ ਵੀ ਕੰਟਰੀਜ਼ ਨੇ ਵੱਧ ਤੋਂ ਵੱਧ ਅਸੀਂ ਸ਼ੇਅਰ ਕਰ ਸਕੇ ਅਸੀਂ ਉਹ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ। ਅਮਰੀਕਾ ਨੇ ਓਬਵੀਅਸਲੀ ਅੰਮ੍ਰਿਤਸਰ ਤੋਂ ਵੀ ਜਿਹੜੀ ਫਲਾਈਟ ਲੱਗੀ, ਕਿੱਥੋਂ ਫਲਾਈਟ ਆ ਰਹੀਆਂ। ਇਸੇ ਤਰ੍ਹਾਂ ਇੰਗਲੈਂਡ ਦਾ ਵੀ ਬਹੁਤ ਵੱਡਾ ਨੰਬਰ ਸੀ। ਇੰਗਲੈਂਡ ਤੇ ਕੈਨੇਡਾ ਦੇ ਸਭ ਤੋਂ ਵੱਡੇ ਜਿਹੜੇ ਨੰਬਰ ਨੇ ਉਹ ਇਸ ਵਕਤ ਪੰਜਾਬ 'ਚ ਫਸੇ ਹੋਏ ਨੇ, ਜਿਹੜੇ ਬਾਹਰ ਦੇ ਰਹਿਣ ਵਾਲੇ ਨੇ। ਤੇ ਨਾਲ ਤੀਸਰਾ ਨੰਬਰ ਹੈਗਾ ਆਸਟ੍ਰੇਲੀਆ ਦਾ।
ਸੋ ਇਹ ਜਿਹੜੇ ਵੱਡੇ ਨੰਬਰ ਸੀਗੇ ਉਹਦਾ ਅਸੀਂ ਸਾਰੀ ਇਨਫੋਰਮੇਸ਼ਨ ਅਸੀਂ ਸ਼ੇਅਰ ਕਰ ਰਹੇ ਹਾਂ ਬਾਹਰ। ਮੈਨੂੰ ਰੋਜ਼ ਫੋਨ ਆਉਂਦੇ ਨੇ, ਪਰ ਕਈ ਕਾਲਸ ਜੀ ਇਸ ਤਰ੍ਹਾਂ ਦੀਆਂ ਆ ਰਹੀਆਂ ਕਿ ਮੈਂ ਇੱਥੇ ਐਮਪੀ ਸਾਹਿਬ ਨੇ ਕਿ ਇਸ ਤਰ੍ਹਾਂ ਕਾਲਸ ਆ ਰਹੀਆਂ ਕਿ ਇੱਕ ਬੱਚਾ ਚਲੇ ਗਿਆ ਇੰਡੀਆ ਤੇ ਜੀ ਉਹ ਪੇਰੈਂਟਸ ਨੇ ਬਾਅਦ ਚ ਆਉਣਾ ਸੀ ਕੈਨੇਡਾ ਤੋਂ, ਪਰ ਹੁਣ ਜਿਸ ਤਰ੍ਹਾਂ ਅਮਰੀਕਾ ਦੀ ਵੀ ਫਲਾਈਟ ਆਈ ਹੈ, ਉਹਨਾਂ ਨੇ ਵੀ ਜਿਹੜੇ ਆਏ ਨੇ ਉਹਨਾਂ ਨੇ ਕਿਹਾ ਕਿ ਇਮੀਡੀਏਟ ਰਿਲੇਟਿਵ ਜਿਹੜਾ ਨਾ ਸਿਟੀਜ਼ਨ ਦੇ ਨਾਲ, ਉਹ ਭਾਵੇਂ ਉਹਦੇ ਕੋਲ ਪੀਆਰ ਹੋਵੇ, ਬੱਚੇ ਕੋਲ ਭਾਵੇਂ ਪੀਆਰ ਹੋਵੇ ਜਾਂ ਇਮੀਡੀਏਟ ਰਿਲੇਟਿਵ ਕੋਲ ਪੀਆਰ ਹੋਵੇ, ਤੇ ਉਹ ਨਾਲ ਆ ਸਕਦਾ ਸਿਟੀਜ਼ਨ ਦੇ। ਸੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ। ਇੱਕ ਮਦਰ ਦਾ ਫੋਨ ਆਇਆ, ਉਹ ਕਹਿੰਦੀ ਕਿ ਮੇਰਾ ਬੱਚਾ 3 ਦਿਨ ਪਹਿਲਾਂ ਚਲੇ ਗਿਆ ਸੀ, ਉਹ ਪੀਆਰ ਹੋਲਡਰ ਹੈ, ਪਰ ਉਹ ਹੁਣ ਵਾਪਸ ਨਹੀਂ ਆ ਪਾ ਰਿਹਾ ਕਿਉਂਕਿ ਜਿਹੜੀਆਂ ਫਲਾਈਟਸ ਜਿਹੜੀਆਂ ਵੀ ਚੱਲੀਆਂ ਯੂਐਸ ਵੱਲੋਂ ਵੀ ਜਿਹੜੇ ਚੱਲੀਆਂ ਉਹ ਰਜਿਸਟਰ ਲੈ ਰਹੇ ਨੇ ਪੀਆਰ ਦੀਆਂ, ਪਰ ਉਹਨਾਂ ਨੇ ਵੀ ਪ੍ਰੈਫਰੈਂਸ ਦਿੱਤੀ ਯੂਐਸ ਸਿਟੀਜ਼ਨਸ ਨੂੰ। ਸੋ ਕੈਨੇਡਾ ਵੀ ਇਸ ਤਰ੍ਹਾਂ ਹੋ ਰਿਹਾ। ਸੋ ਇਸ ਤਰ੍ਹਾਂ ਲਈ ਉਹਨਾਂ ਨੂੰ ਕਾਫੀ ਅਸੀਂ ਦੱਸ ਰਹੇ ਹਾਂ ਕਿ ਆਬਵੀਅਸਲੀ ਕੈਨੇਡਾ ਨੇ ਕਿਹਾ ਹੁਣ ਕਿ ਪਹਿਲਾਂ ਅਸੀਂ ਆਪਣੇ ਸਿਟੀਜ਼ਨਸ ਦੇ ਇਮੀਡੀਏਟ ਰਿਲੇਟਿਵ ਨੂੰ, ਪਰ ਇਹ ਐਕਸੈਪਸ਼ਨਲ ਜਿਹੜੇ ਸਰਕਮਸਟੈਂਸਿਸ ਨੇ ਉਹਦੇ ਵਿੱਚ ਬਹੁਤ ਜ਼ਰੂਰਤ ਹੈ। ਲੋਕੀ ਸਟ੍ਰੈਸ ਵਿੱਚ ਨੇ ਤੇ ਅਸੀਂ ਉਹਨਾਂ ਨੂੰ ਇਹ ਦੱਸ ਸਕੀਏ ਕਿ ਕੀ ਅਪਡੇਟ ਹੈਗੀ ਹੈ, ਤੇ ਇਸ ਤਰ੍ਹਾਂ ਦੇ ਕੰਮ ਅਸੀਂ ਸਾਰੇ ਦੱਸ ਰਹੇ। ਨਾਲ ਦੀ ਨਾਲ ਅਸੀਂ ਹੁਣ ਲੈਟਰਸ ਵੀ ਲਿਖ ਰਹੇ ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ। ਮੈਂ ਕੱਲ ਹੀ ਅਸੀਂ ਪਰਸੋਂ ਲੈਟਰ ਪਾਈ ਹੈ ਫਲਾਈ ਅੰਮ੍ਰਿਤਸਰ ਵੱਲੋਂ ਕੈਨੇਡਾ ਦੇ ਫੋਰਨ ਮਿਨਿਸਟਰ ਨੂੰ ਕਿ ਕੁਝ ਐਕਸੈਪਸ਼ਨਲ ਕੇਸ ਜਿਹੜੇ ਆ ਰਹੇ ਨੇ ਜਿੱਥੇ ਇੱਕ ਬੱਚਾ ਚਲੇ ਗਿਆ ਸੀ ਇੰਡੀਆ, ਉਹਨੂੰ ਦਵਾਈ ਦੀ ਵੀ ਜ਼ਰੂਰਤ ਹੈ, ਉਹ ਪੀਆਰ ਨੇ ਤੇ ਉਹਦੇ ਪੇਰੈਂਟਸ ਕੈਨੇਡਾ ਵਿੱਚ ਨੇ ਇਸ ਵਕਤ। ਸੋ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਅਸੀਂ ਆਪਣੇ ਤੌਰ ਤੇ ਲੋਕਾਂ ਦੀ ਆਵਾਜ਼ ਜੇ ਅਸੀਂ ਇਕੱਠੀ ਬੁਲੰਦ ਕਰੀਏ ਤੇ ਇਸ ਤਰ੍ਹਾਂ ਉਹ ਉਹਨਾਂ ਤੱਕ ਪਹੁੰਚੇਗੀ। ਤੇ ਜ਼ਰੂਰ ਕੈਨੇਡਾ ਇਜ਼ ਨੋਨ ਐਂਡ ਅਮਰੀਕਾ ਇਜ਼ ਨੋਨ, ਥੀਸ ਕੰਟਰੀਜ਼ ਇਹ ਜਾਣੀਆਂ ਜਾਂਦੀਆਂ ਨੇ ਇਸ ਕਰਕੇ ਜਿੱਥੇ ਕਰਦੀਆਂ ਨੇ, ਉਹ ਜ਼ਰੂਰ ਅਕੋਮੋਡੇਟ ਕਰਨਗੇ ਜੇ ਉਹਨਾਂ ਦੀ ਉਹਨਾਂ ਤੱਕ ਗੱਲ ਪਹੁੰਚੇ ਤੇ। ਸੋ ਇਸ ਤਰ੍ਹਾਂ ਦੇ ਅਸੀਂ ਸਾਰੇ ਕਾਰਜ। ਗੁਮਟਾਲਾ ਜੀ, ਤੁਸੀਂ ਡਾਟਾ ਦੀ ਗੱਲ ਕੀਤੀ ਹੈ, ਕੀ ਤੁਹਾਡੇ ਕੋਲ ਡਾਟਾ ਮੌਜੂਦ ਹੈ ਕਿ ਕਿਸ ਕੰਟਰੀ ਵਿੱਚ ਕਿੰਨੇ ਭਾਰਤੀ ਫਸੇ ਹੋਏ ਨੇ, ਕਿੰਨੇ ਹੋਰ ਵਿਦੇਸ਼ੀ ਫਸੇ ਹੋਏ ਨੇ ਜੋ ਵਾਪਸ ਆਪਣੇ ਵਤਨ ਆਉਣਾ ਚਾਹੁੰਦੇ ਨੇ? ਮੇਰੇ ਕੋਲ ਐਗਜ਼ੈਕਟ ਤੇ ਨਹੀਂ ਹੈਗਾ ਕਿ ਜਿਹੜੇ ਅਮਰੀਕਨ ਜਿਹੜੇ ਸਿਟੀਜ਼ਨ ਨੇ ਉਹ ਤੇ ਕਾਫੀ ਉਹਨਾਂ ਨੇ ਲੈਂਦੇ ਨੇ, ਪਰ ਜਿਹੜੇ ਕੈਨੇਡੀਅਨ ਨੇ ਉਹਨਾਂ ਨੇ ਦੱਸਿਆ ਕਿ ਤਕਰੀਬਨ 25 ਤੋਂ 30 ਹਜ਼ਾਰ ਲੋਕਾਂ ਨੇ ਤੇ ਰਜਿਸਟਰ ਕੀਤਾ ਉੱਤੇ, ਜਿਹੜਾ ਇਹਨਾਂ ਦੇ ਟਰੈਵਲ ਜੀਸੀ ਵੈਬਸਾਈਟ ਸੀ ਸ਼ੁਰੂ ਆਲ ਓਵਰ ਇੰਡੀਆ। ਤੇ ਅੱਜ ਹੀ ਕੱਲ ਸੀਐਮ ਸਾਹਿਬ ਨੇ ਵੀ ਕਿਹਾ ਕਿ ਤਕਰੀਬਨ 18,000 ਲੋਕ ਸੀ, ਤਕਰੀਬਨ ਇੰਗਲੈਂਡ ਤੋਂ ਵੀ ਨੇ। ਪਰ ਮੈਂ ਇੱਥੇ ਇੱਕ ਵਰਡ ਜ਼ਰੂਰ ਕਲੀਅਰ ਕਰਨਾ ਚਾਹਾਂਗਾ, ਜਦੋਂ ਤੁਸੀਂ ਐਨਆਰਆਈ ਕਹਿ ਰਹੇ ਆ ਨਾ, ਉਹ ਪੰਜਾਬ ਗਵਰਨਮੈਂਟ ਨੇ ਜਿਹੜਾ ਡੇਟਾਬੇਸ ਬਣਾਇਆ ਉਹਨਾਂ ਨੇ, ਜਿਸ ਤਰ੍ਹਾਂ ਜੇ ਤੁਸੀਂ ਮਹੀਨੇ ਲਈ ਵੀ ਕੈਨੇਡਾ ਗਏ ਜੇ ਆਪਣੇ ਬੱਚਿਆਂ ਨੂੰ ਮਿਲਣ, ਉਹ ਐਨਆਰਆਈ ਕੰਸੀਡਰ ਨਹੀਂ ਹੁੰਦਾ। ਸੋ ਪੰਜਾਬ ਗਵਰਨਮੈਂਟ ਨੇ ਵੀ ਜਦੋਂ ਕੀਤਾ ਉਹਨਾਂ ਨੇ ਇੱਕ ਵਰਡ ਬਣਾਤਾ ਐਨਆਰਆਈ, ਉਹ ਐਨਆਰਆਈ ਕੰਸੀਡਰ ਨਹੀਂ ਹੁੰਦੇ। ਉਹ ਵਰਡ ਯੂਜ਼ ਕਰਨਾ ਚਾਹੀਦਾ ਸੀ ਜਿਹੜਾ ਵੀ ਕੋਈ ਟਰੈਵਲ ਫੋਰਨ ਟਰੈਵਲ ਕਰਕੇ ਭਾਰਤ ਆਇਆ ਵਾ। ਸੋ ਉਹਦੇ ਵਿੱਚ ਜਿਹੜਾ ਇਹ ਨੰਬਰ ਦਿੱਤੇ ਜਾ ਰਹੇ ਨੇ ਉਹਦੇ ਵਿੱਚ ਉਹ ਨੰਬਰ ਵੀ ਇਨਕਲੂਡ ਕੀਤੇ ਜਾ ਰਹੇ ਨੇ ਭਾਰਤ ਦੇ ਜਿਹੜੇ ਨੇ, ਕਿ ਜਿਹੜੇ ਵੈਸੇ ਹੀ 2 ਹਫ਼ਤੇ ਤੋਂ ਜਿਹੜਾ ਕੋਈ ਬਿਜ਼ਨਸ ਟ੍ਰਿਪ ਵੀ ਕਰਕੇ ਆਇਆ ਉਹਨੂੰ ਵੀ ਉਸੇ ਫਾਰਮ ਵਿੱਚ ਸ਼ਾਮਲ ਕਰਕੇ ਉਹਦੇ ਘਰ ਬਾਹਰ ਲਿਖ ਦਿੱਤਾ ਗਿਆ ਐਨਆਰਆਈ ਆ, ਇਹ ਕੁਆਰੰਟਾਈਨ ਹੈ। ਉਹ ਬਿਲਕੁਲ ਠੀਕ ਨਹੀਂ ਸੀ ਮੇਰੇ ਹਿਸਾਬ ਨਾਲ। ਸੋ ਇਹ ਮੈਂ ਵੀ ਲਿਖਿਆ ਉਹਨਾਂ ਨੂੰ ਉੱਥੇ ਭਾਰਤ ਦੀ ਗਵਰਨਮੈਂਟ ਨੂੰ ਵੀ, ਉੱਥੇ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਨੇ ਕਿ ਇਹ ਐਨਆਰਆਈ ਵਰਡ ਨਾ ਯੂਜ਼ ਕੀਤਾ ਜਾਵੇ, ਇਹਨੂੰ ਯੂਜ਼ ਕੀਤਾ ਜਾਵੇ ਫੋਰਨ ਟਰੈਵਲ। ਸੋ ਸਭ ਤੋਂ ਵੱਡੀ ਜਿਹੜੀ ਗੱਲ ਹੋਰ ਹੈ ਜਿਹੜੀ ਮੈਂ ਕਹਿਣੀ ਚਾਹਾਂਗਾ ਕਿ ਬਹੁਤ ਜਿਸ ਤਰ੍ਹਾਂ ਐਫਰਟਸ ਹੋਈਆਂ, ਜਿੱਦਾਂ ਯੂਕੇ ਤੋਂ ਹੁਣ ਫਲਾਈਟਸ ਆ ਰਹੀਆਂ, ਬ੍ਰਿਟਿਸ਼ ਏਅਰਵੇਜ਼ ਅੰਮ੍ਰਿਤਸਰ ਆਈ ਹੈ। ਸੋ ਉਹ ਇੱਕ ਕਾਮਨ ਆਵਾਜ਼ ਸੀ ਲੋਕਾਂ ਦੀ, ਇਕੱਠੇ ਲਾਮਬੰਦ ਹੋ ਕੇ ਤੇ ਇਹ ਜਿਹੜੀਆਂ ਫਲਾਈਟਸ ਸ਼ੁਰੂ ਹੋਈਆਂ ਨੇ ਕੁਝ। ਠੀਕ ਹੈ ਧਾਲੀਵਾਲ ਸਾਹਿਬ, ਇੱਕ ਵਾਰ ਫਿਰ ਤੁਹਾਡੇ ਕੋਲ ਹੀ ਆਵਾਂਗਾ ਕਿ ਲਗਾਤਾਰ ਜਿਵੇਂ ਸਮੀਪ ਸਿੰਘ ਗੁਮਟਾਲਾ ਜੀ ਨੇ ਕਿਹਾ ਔਰ ਰੰਧਾਵਾ ਸਾਹਿਬ ਨੇ ਕਿਹਾ ਕਿ ਕਿਸ ਤਰ੍ਹਾਂ ਦੇ ਉਪਰਾਲੇ ਹੁਣ ਇਸ ਸਮੇਂ ਕੈਨੇਡਾ ਸਰਕਾਰ ਵੱਲੋਂ ਤਾਂ ਕੀਤੇ ਹੀ ਜਾ ਰਹੇ ਨੇ, ਪਰ ਕਿਉਂ ਦੇਰੀ ਹੋ ਰਹੀ ਹੈ? ਕਿਉਂਕਿ ਬਹੁਤ ਸਮੇਂ ਪਹਿਲਾਂ ਤੋਂ ਹੀ ਲੋਕਡਾਊਨ ਦੀ ਗੱਲ ਸਾਹਮਣੇ ਆ ਗਈ ਸੀ ਕਿ ਲੋਕਡਾਊਨ ਹੋਏਗਾ, ਔਰ ਇਹ ਇਨੀਸ਼ੀਏਟਿਵ ਪਹਿਲਾਂ ਹੀ ਕਿਉਂ ਨਹੀਂ ਸ਼ੁਰੂ ਕੀਤਾ ਗਿਆ? ਕਿਉਂ ਨਹੀਂ ਲੋਕਾਂ ਨੂੰ ਪਹਿਲਾਂ ਹੀ ਇਹਤਿਆਤ ਵਜੋਂ ਕਹਿ ਦਿੱਤਾ ਗਿਆ ਕਿ ਤੁਸੀਂ ਜੇਕਰ ਪਹਿਲੇ ਜਿੱਥੇ ਵੀ ਹੋ ਆਪਣੇ ਘਰ ਵਾਪਸ ਪਰਤਣ ਦੀ ਕੋਸ਼ਿਸ਼ ਕਰੋ? ਔਰ ਦੂਜਾ ਸਵਾਲ ਮੈਂ ਇਹ ਵੀ ਨਾਲ ਦੇ ਨਾਲ ਪੁੱਛਣਾ ਚਾਹਾਂਗਾ ਕਿ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਵਾਪਸ ਇੱਥੇ ਆਪਣੇ ਵਤਨ ਕੈਨੇਡਾ ਵਿੱਚ ਬੁਲਾ ਰਹੇ ਹੋ? ਕਿਉਂਕਿ ਸਿਰਫ ਸਿਟੀਜ਼ਨ ਦੀ ਗੱਲ ਕਰੀਏ ਜਾਂ ਪੀਆਰ ਹੋਲਡਰਸ ਵੀ ਉਹਨਾਂ ਵਿੱਚ ਇਨਕਲੂਡ ਨੇ? ਪਹਿਲਾਂ ਗੱਲ ਤਾਂ ਇਹ ਸੀ, ਮੈਂ ਸਮੀਤ ਉਹਨਾਂ ਨਾਲ ਐਗਰੀ ਕਰਦਾ ਵੀ ਇਹਨਾਂ ਨੇ ਉਹਨੂੰ, ਮੈਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਜਿਹੜੀ ਬਿਮਾਰੀ ਲੈ ਕੇ ਗਏ, ਤੁਸੀਂ ਵੀ ਕਿਹਾ ਪਹਿਲਾਂ ਵੀ ਇਹ ਐਨਆਰਆਈ ਲੈ ਕੇ ਆਏ, ਉਹ ਬਿਲਕੁਲ ਗਲਤ ਪਰਸੈਪਸ਼ਨ ਆ। ਜਿਹੜੇ ਸਰਦਾਰ ਜੀ ਇੱਥੋਂ ਗਏ ਸੀਗੇ ਉਹ ਐਨਆਰਆਈ ਨਹੀਂ ਸੀ। ਇਨਫੈਕਟ ਜਿਸ ਤਰ੍ਹਾਂ ਸਮੀਤ ਉਹਨਾਂ ਨੇ ਕਿਹਾ ਉਹ ਫੋਰਨ ਟਰੈਵਲਰ ਸੀ, ਉਹ ਹਿੰਦੁਸਤਾਨੀ ਬਾਹਰ ਆਏ ਕਿਸੇ ਯੂਰਪ ਦੇ ਦੇਸ਼, ਉਹ ਵਾਪਸ ਗਏ। ਸੋ ਇਹ ਮਿਸਕਨਸੈਪਸ਼ਨ ਹੈ ਕਿ ਐਨਆਰਆਈਜ਼ ਦੀ ਜਿਹੜੀ ਉਹ ਕਲੀਅਰ ਕਰਨੀ ਚਾਹੀਦੀ। ਔਰ ਮੇਰੀ ਜਿਹੜੇ ਮੰਤਰੀ ਹੈਗੇ ਨੇ ਐਨਆਰਆਈ ਦੇ ਪੰਜਾਬ ਦੇ, ਉਹਨਾਂ ਨਾਲ ਵੀ ਗੱਲ ਹੋਈ ਵੀ ਭਾਈ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਜਾਂ ਤੁਹਾਡੇ ਮੰਤਰੀ ਇਹੋ ਜਿਹੇ ਬਿਆਨ ਦੇਣ ਜਿਨ੍ਹਾਂ ਕਰਕੇ ਜਿਹੜੀ ਆ ਇਹ ਜਿਹੜਾ ਇਹ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ ਇਹ ਡਰ ਜਾਂ ਭੈ ਜਿਹੜਾ ਉਹ ਆਵੇ। ਦੂਸਰਾ ਤੁਸੀਂ ਕਿਹਾ ਵੀ ਵਾਪਸ ਆਉਣ ਲਈ ਅਸੀਂ ਲੇਟ ਕੀਤਾ, ਬਿਲਕੁਲ ਲੇਟ ਨਹੀਂ ਕੀਤਾ। ਪਹਿਲਾਂ ਸਾਡੇ ਪ੍ਰਾਈਮ ਮਿਨਿਸਟਰ ਨੇ, ਪਹਿਲਾ ਕੁਐਸਚਨ ਤਾਂ ਸੀ ਵੀ ਅਸੀਂ ਵਾਰਨ ਕੀਤਾ। ਸਾਡੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਕਈ ਹਫ਼ਤੇ ਪਹਿਲਾਂ ਵਾਰਨ ਕਰਨਾ ਸ਼ੁਰੂ ਕਰਤਾ ਵੀ ਭਾਈ ਜਿਹੜਾ ਕੈਨੇਡੀਅਨ ਜਿੱਥੇ ਬੈਠਾ
ਜੇ ਉਹ ਵਾਪਸ ਆਉਣਾ ਚਾਹੁੰਦਾ ਤਾਂ ਉਹ ਜਲਦੀ ਤੋਂ ਜਲਦੀ ਵਾਪਸ ਕੈਨੇਡਾ ਆ ਜਾਵੇ। ਇਹ ਬਿਲਕੁਲ ਜਿਹੜੀ ਵਾਰਨਿੰਗ ਆ ਪਹਿਲੇ ਨੰਬਰ ਤੇ ਉਹ ਦਿੱਤੀ। ਔਰ ਦੂਸਰਾ ਕਿਹਾ ਯਤਨ ਕਰਨ ਦੀ ਗੱਲ। ਹੁਣ ਯਤਨ ਜਿਹੜੇ ਨੇ ਹਾਈ ਕਮਿਸ਼ਨਰ ਨੇ ਔਰ ਸਾਡੇ ਮਿਨਿਸਟਰ ਆਫ ਫੋਰਨ ਅਫੇਅਰਸ ਨੇ ਰਾਈਟ ਵੇ ਜਿਹੜੇ ਸ਼ੁਰੂ ਕਰਦੇ, ਉਹਦੇ ਵਿੱਚ ਕੀ ਸੀਗਾ ਕਿ ਸਾਨੂੰ ਪਹਿਲਾਂ 에ਅਰਲਾਈਨਸ ਦੇਖਣਾ ਪੈਣੀ ਸੀ ਵੀ ਕਿਹੜੀਆਂ ਕਿਹੜੀਆਂ 에ਅਰਲਾਈਨਸ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਸਾਡਾ 에ਅਰ ਇੰਡੀਆ ਦੇ ਨਾਲ ਜਿਹੜਾ ਸੀ ਪਹਿਲਾ ਕੰਟਰੈਕਟ ਜਿਹੜਾ ਸਾਈਨ ਹੋਇਆ, ਉਹਦੇ ਵਿੱਚ ਬੜੀਆਂ ਮੁਸ਼ਕਲਾਤਾਂ ਆਈਆਂ। ਕੀ ਆ ਕਿ ਉਹਦੇ ਵਿੱਚ ਪਹਿਲਾਂ ਸੀਗਾ ਕਿ ਕੱਲੀਆਂ ਦਿੱਲੀ ਤੋਂ ਫਲਾਈਟ ਚੱਲਦੀਆਂ ਸੀ। ਉਹ ਫਿਰ ਅਸੀਂ ਫਲਾਈਟ ਜਿਹੜੀਆਂ ਸੀਗੀਆਂ ਉਹ ਅੰਮ੍ਰਿਤਸਰ ਲਈ ਮਨਜ਼ੂਰੀ ਲਈ ਉਹਨਾਂ ਤੋਂ। ਸਾਡੀ ਹਿੰਦੁਸਤਾਨ ਸਰਕਾਰ ਨੇ ਉਹ ਮਦਦ ਕੀਤੀ, ਉਹਨਾਂ ਨੇ ਅੰਮ੍ਰਿਤਸਰ ਤੋਂ ਫਲਾਈਟਸ ਹੋ ਗਈਆਂ। ਸੋ ਹੁਣ ਪਹਿਲਾਂ ਫਲਾਈਟਸ ਦੇ ਵਿੱਚ 300 ਜਿਹੜਾ ਯਾਤਰੀ ਆ ਉਹ ਆ ਸਕਦਾ ਸੀ। ਬਾਅਦ ਚ ਉਹਨਾਂ ਦੇ ਕੁਆਂਟੀਟੀ ਉਹ ਆ ਗਏ ਆਪਣੇ ਡਿਸਟੈਂਸ ਮੇਨਟੇਨ ਕਰਨ ਦੇ, ਉਹ ਕਹਿੰਦੇ ਨਹੀਂ ਜੀ 300 ਨਹੀਂ ਜਾ ਸਕਦਾ, ਹੁਣ ਤਾਂ 208 ਪੈਸੇਂਜਰ ਹੀ ਜਾਣਗੇ। ਫਿਰ ਉਹ ਫਲਾਈਟਸ ਓਵਰ ਬੁੱਕ ਹੋ ਗਈਆਂ, ਫਿਰ ਸਾਨੂੰ ਉਹਨਾਂ ਨੂੰ ਅਕਮੋਡੇਟ ਜਿਹੜਾ ਵਾ ਉਹ ਕਰਨਾ ਪਿਆ ਯਾਤਰੀਆਂ ਨੂੰ। ਫਿਰ ਜਿਹੜਾ ਸੀਗਾ ਇਹ ਸੀਗਾ ਕਿ 96 ਆਵਰ ਪਹਿਲਾਂ ਸਾਨੂੰ ਮੈਨੀਫੈਸਟ ਚਾਹੀਦਾ ਵੀ ਕਿਹੜੇ ਕਿਹੜੇ ਵਿਅਕਤੀ ਨੇ ਟਰੈਵਲ ਕਰਨਾ ਹੈਗਾ, ਠੀਕ ਹੈ ਨਹੀਂ। ਉਹਦੇ ਵਿੱਚ ਹੁਣ ਉਹਨੂੰ ਘਟਾ ਕੇ ਫਿਰ ਦੁਬਾਰਾ 48 ਆਵਰ। ਸੋ ਜਦੋਂ ਇਹ ਸਾਰੇ ਸਿਚੁਏਸ਼ਨ ਨੂੰ ਦੇਖਦੇ ਹਾਂ, ਪਹਿਲਾਂ ਅਸੀਂ ਇੱਕ ਕੰਪਨੀ ਨੂੰ ਠੇਕਾ ਦਿੱਤਾ ਸੀਗਾ ਵੀ ਉਹ ਟਿਕਟਾਂ ਬਣਾਉਣਗੇ। ਜਦੋਂ ਦੇਖਿਆ ਵੀ ਸਾਨੂੰ ਪ੍ਰੋਬਲਮ ਆ ਰਹੀ, ਅਸੀਂ ਉਹਨੂੰ ਵਧਾ ਕੇ ਜਿਹੜੀਆਂ ਅਸੀਂ 3 ਕੰਪਨੀਆਂ ਜਿਹੜੀਆਂ ਕਰਕੇ। ਸੋ ਦਿਨੋਂ ਦਿਨ ਜਿਹੜੀ ਪ੍ਰੋਸੈਸ ਵੀ ਚੇਂਜ ਹੋ ਰਹੀ ਆ। ਔਰ ਹੁਣ ਕਤਰ 에ਅਰਵੇਜ਼ ਦੀ ਗੱਲ ਕਰਦੇ ਆਪਾਂ ਜਦੋਂ, ਤਾਂ ਹੁਣ ਉਹਨਾਂ ਦੀ ਬੁਕਿੰਗ ਆਨਲਾਈਨ ਆ, ਠੀਕ ਹੈ ਨੀ ਜੀ। ਫਸਟ ਕਮ ਫਸਟ ਸਰਵ ਆ ਜਾਓ। ਹੁਣ ਇਸ ਤੋਂ ਅਗਲਾ ਜਿਹੜਾ ਪੜਾਅ ਹੈਗਾ ਉਹਦੇ ਵਿੱਚ ਅਸੀਂ ਫੇਰ ਜਿਹੜੀਆਂ ਅੰਮ੍ਰਿਤਸਰ ਤੋਂ ਫਲਾਈਟਸ ਆ, ਕਿਉਂਕਿ ਉਹ ਅਸੀਂ ਫੇਰ ਜਿਹੜੀਆਂ ਨੇ ਬੁਕਿੰਗ ਏਜੰਟ ਦੇ ਸਿਸਟਮ 'ਚ ਲੈ ਕੇ ਜਾਵਾਂਗੇ। ਜਿੱਥੇ ਥਾਈਂ ਸਾਡੇ ਲਿਆਉਣ ਦਾ ਸੰਬੰਧ ਹੈ, ਜਿੰਨੇ ਲੋਕ ਸਾਨੂੰ ਇੰਟਰਸਟ ਜ਼ਾਹਰ ਕਰਦੇ ਹੈਗੇ ਆ, ਕਿਉਂਕਿ ਇੱਕ ਦਿਨ 'ਚ ਅਸੀਂ 50 ਫਲਾਈਟਸ ਨਹੀਂ ਲੈ ਕੇ ਆ ਸਕਦੇ, ਨਾ ਕਿਸੇ 에ਅਰਪੋਰਟ ਨੇ, ਨਾ ਕਿਸੇ 에ਅਰਲਾਈਨ ਨੇ, ਨਾ ਸਾਡੇ ਹਾਈ ਕਮਿਸ਼ਨਰ ਕੋ ਇੰਨਾ ਜ਼ਿਆਦਾ ਰਿਸੋਰਸਿਸ ਨੇ। ਅਸੀਂ ਇੱਕ ਫਲਾਈਟ ਤਕਰੀਬਨ ਇੱਥੇ ਲੈ ਕੇ ਆ ਰਹੇ ਹਾਂ, ਐਵਰੇਜ ਜਿਹੜੀ ਹੈਗੀ ਦਿਹਾੜੀ ਦੀ, ਉਹ ਅਸੀਂ ਮੈਨੇਜ ਕਰ ਸਕਦੇ ਹਾਂ ਪ੍ਰੋਪਰਲੀ। ਉਹ ਅਸੀਂ ਮੈਨੇਜ ਜਿਹੜੀ ਆ ਉਹ ਕਰ ਰਹੇ ਹੈਗੇ ਆ। ਔਰ ਫਿਰ ਇਹ ਕੀ ਹੈ ਧਾਲੀਵਾਲ ਸਾਹਿਬ, ਇੱਥੇ ਇੱਕ ਮੇਜਰ ਸਵਾਲ ਇਹ ਵੀ ਪੈਦਾ ਹੁੰਦਾ ਹੈ, ਕਿਉਂਕਿ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦਾ ਜੇਕਰ ਖਤਰਾ ਕਿੱਥੋਂ ਨਾ ਕਿੱਥੋਂ ਪੈਦਾ ਹੁੰਦਾ ਤਾਂ ਉਹ 에ਅਰਪੋਰਟ ਤੋਂ ਹੀ ਸ਼ੁਰੂ ਹੁੰਦਾ ਹੈ। ਕਿਉਂਕਿ ਹਜ਼ਾਰਾਂ ਪੈਸੇਂਜਰਸ ਜਿਹੜੇ ਨੇ ਉਹ ਆਉਂਦੇ ਨੇ, ਔਰ ਕਈ ਪੈਸੇਂਜਰਸ ਜਿਹੜੇ ਨੇ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਹੋ ਸਕਦਾ ਕੋਈ ਬਿਮਾਰੀ ਹੈ ਜਾਂ ਨਹੀਂ ਹੈ। ਕਿਸ ਤਰ੍ਹਾਂ ਇਹ ਸਕਰੀਨਿੰਗ ਕੀਤੀ ਜਾ ਰਹੀ ਹੈ? ਕਿਉਂਕਿ ਆਪਣੇ ਆਪ ਸਕਰੀਨਿੰਗ ਬਹੁਤ ਵੱਡਾ ਪ੍ਰੋਸੈਸ ਵੀ ਹੈ, ਔਰ ਇਹ ਦੇਖਣਾ ਕਿ ਕੋਈ ਗਲਤ ਪੈਸੇਂਜਰ, ਜੋ ਕੋਈ ਗਲਤ ਵਾਇਰਸ ਕੰਟਰੀ ਵਿੱਚ ਨਾ ਆ ਜਾਏ ਜਾਂ ਕਿਸੇ ਹੋਰ ਨੂੰ ਨਾ ਹੋ ਜਾਏ, ਇਸ ਬਾਰੇ ਕਿਵੇਂ ਇਹਤਿਆਤ ਵਰਤ ਰਹੇ ਹੋ? ਦੇਖੋ, ਇਹਦੇ ਬਾਰੇ ਉਹਨਾਂ ਤੋਂ ਜਿਹੜੇ ਨੇ ਕੁਐਸਚਨ ਜਿਹੜੇ ਨੇ ਉਹ ਪੁੱਛੇ ਜਾਂਦੇ ਨੇ ਵੀ ਕਿਸੇ ਨੂੰ ਕੋਈ ਖਾਂਸੀ, ਕਿਸੇ ਨੂੰ ਜ਼ੁਕਾਮ, ਜੋ ਵੀ ਇਹ ਹੈਗੇ ਨੇ ਸਿੰਪਟਮ। ਪਰ ਹੁਣ ਜਿਹੜਾ ਸਾਡੀਆਂ ਅਸੀਂ ਮੈਂਡੇਟਰੀ ਜਿਹੜੇ ਨੇ ਕੈਨੇਡਾ ਦੇ ਵਿੱਚ ਲਿਆਂਦਾ ਕਿ ਹਰੇਕ ਨੂੰ ਜਿਹੜੀ ਹੈ ਮਾਸਕ ਜਿਹੜੀ ਆ ਉਹ ਪਹਿਨਣੀ ਪਊਗੀ। ਪਰ ਜਦੋਂ ਉਹ ਫਿਰ ਇੱਥੇ ਆਉਂਦੇ ਅਸੀਂ ਇਹ ਵੀ ਸੋਚਦੇ ਹਾਂ, ਕਿਉਂਕਿ ਦੇਖੋ ਇੱਕ ਤਾਂ ਹੈ ਨਾ ਵੀ ਉੱਥੋਂ ਆਉਣਾ ਵਾਇਰਸ, ਦੂਜਾ ਵਾਇਰਸ ਉੱਥੋਂ ਲਿਆ ਕੇ ਤੇ ਕੈਨੇਡਾ 'ਚ ਫੈਲਾਉਣ ਦੀ ਗੱਲ ਆਉਂਦੀ। ਜਦੋਂ ਸਾਡੇ ਕੈਨੇਡੀਅਨਸ ਵਾਪਸ ਆਉਂਦੇ ਹੈਗੇ ਆ, ਕੈਨੇਡੀਅਨ ਜਾਂ ਉਹਨਾਂ ਦੀ ਇਮੀਡੀਏਟ ਫੈਮਿਲੀ ਜਿਹੜੇ PR ਨੇ, ਉਹ ਜਦੋਂ ਵਾਪਸ ਆਉਂਦੇ ਉਹਨਾਂ ਨੂੰ 2 ਵੀਕਸ ਮੈਂਡੇਟਰੀ ਕੁਆਰੰਟਾਈਨ ਪੀਰੀਅਡ ਕਰਨਾ ਪਊਗਾ। ਉਹਨਾਂ ਨੂੰ ਪਲਾਨ ਦੇਣੀ ਪਊਗੀ ਵੀ ਉਹ ਕਿਸ ਤਰੀਕੇ ਦੇ ਨਾਲ ਕਿੱਥੇ ਰਹਿਣਗੇ। ਜੇ ਉਹਨਾਂ ਕੋਲ ਕੋਈ ਪਲਾਨ ਨਹੀਂ ਤਾਂ ਉਹਨਾਂ ਨੂੰ ਹੋਟਲਸ ਦੇ ਵਿੱਚ ਜਿਹੜਾ ਉਹ ਅਸੀਂ ਜਿਹੜਾ ਵਾ ਉਹ ਭੇਜ ਦਿੱਤਾ ਜਾਊ। ਪਰ ਸੋ ਫਾਰ ਹਾਈ ਕਮਿਸ਼ਨਰ, ਸਾਡੇ ਮਿਨਿਸਟਰ ਫੋਰਨ ਅਫੇਅਰਸ ਮਿਨਿਸਟਰ ਔਰ ਹਿੰਦੁਸਤਾਨ ਦੇ ਫੋਰਨ ਅਫੇਅਰ ਮਿਨਿਸਟਰ ਤੇ ਸਾਡੇ ਹਾਈ ਕਮਿਸ਼ਨਰ ਜਿਹੜੇ ਕੈਨੇਡਾ ਦੇ ਹਿੰਦੁਸਤਾਨ ਦੇ ਵਿੱਚ ਨੇ, ਔਰ ਹਿੰਦੁਸਤਾਨ ਦੇ ਹਾਈ ਕਮਿਸ਼ਨਰ ਜਿਹੜੇ ਕੈਨੇਡਾ ਦੇ ਵਿੱਚ ਨੇ, ਅਸੀਂ ਸਾਰੇ ਜਿਹੜੇ ਰਲ ਕੇ ਉਹਨਾਂ ਦੀ ਸਾਰੀਆਂ ਟੀਮ ਜਿਹੜੀਆਂ ਨੇ ਫॉर द ਗੁੱਡ ਆਫ ਪੀਪਲ ਜਿਹੜਾ ਹੈਗਾ ਉਹ ਸਾਰੇ ਰਲ ਕੇ ਜਿਹੜਾ ਯਤਨ ਕਰ ਰਹੇ ਹਾਂ ਵੀ ਜਿੰਨੀ ਵੀ ਵੱਧ ਤੋਂ ਵੱਧ ਹੈਲਪ ਆ ਜਿਹੜੀ ਉਹ ਹੋ ਸਕੇ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਆਈਏ। ਕਿਸ ਤਰ੍ਹਾਂ ਤੁਸੀਂ ਦੱਸੋਗੇ ਕਿ ਆਖਰ ਜਿਹੜੀ ਇਹ ਕਰਫਿਊ ਜਿਹੜਾ ਹੈ, ਇਹ ਲਾਕਡਾਊਨ ਜਿਹੜਾ ਪੀਰੀਅਡ ਹੈ, ਉਹਨਾਂ ਤੇ ਬਹੁਤ ਜ਼ਿਆਦਾ ਭਾਰੂ ਪੈ ਰਿਹਾ ਹੈ। ਕਿਸ ਤਰ੍ਹਾਂ ਤੁਸੀਂ ਇਹਨੂੰ ਡਿਟੇਲ ਵਿੱਚ ਦੱਸਣਾ ਚਾਹੋਗੇ? ਮੈਂ ਪਹਿਲਾ ਪਾਰਟ ਨਹੀਂ ਕੁਐਸਚਨ ਦਾ ਸੁਣਿਆ, ਮੈਂ ਮਿਸ ਹੋ ਗਿਆ ਸੀ। ਨਹੀਂ ਮੇਰਾ ਸਵਾਲ ਇਹ ਰੰਧਾਵਾ ਸਾਹਿਬ ਤੋਂ ਆਵਾਜ਼ ਅੱਧੀ ਕੱਟੀ ਗਈ ਸੀਗੀ ਭਲਿੰਦਰ ਸਿੰਘ ਜੀ, ਪਤਾ ਨਹੀਂ ਲੱਗਾ ਤੁਸੀਂ ਕੀ ਕਿਹਾ ਜੀ। ਰੰਧਾਵਾ ਸਾਹਿਬ ਮੈਂ ਇਹ ਕਹਿਣਾ ਚਾਹਾਂਗਾ, ਕਿਉਂਕਿ ਭਾਰਤ ਵਿੱਚ ਵੀ ਕਈ NRIs ਜਿਹੜੇ ਨੇ ਫਸੇ ਹੋਏ ਨੇ, ਪਾਰਟਿਕੂਲਰ NRIs ਹੀ ਫਸੇ ਹੋਏ ਨੇ, ਜੋ ਕਿ ਇੱਥੋਂ ਦੇ ਹੀ ਵਸਿੰਦੇ ਨੇ, ਅਮਰੀਕਾ ਦੇ ਵਸਿੰਦੇ ਨੇ ਜਾਂ ਕੈਨੇਡਾ ਦੇ ਵਸਿੰਦੇ ਨੇ, ਪਰ ਲਗਾਤਾਰ ਉੱਥੋਂ ਦੀ ਜਿਹੜੀ ਮਾਰ ਹੈਗੀ ਆ ਉਹਨਾਂ ਤੇ ਲਗਾਤਾਰ ਪੈ ਰਹੀ ਹੈ। ਕਿਸ ਤਰ੍ਹਾਂ ਤੁਹਾਡੇ ਕੋਲ ਰਿਪੋਰਟਸ ਹੋਰ ਪਹੁੰਚ ਰਹੀਆਂ ਨੇ, ਇਹ ਵੀ ਤੁਹਾਡੇ ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਬਹੁਤ ਬੁਰੀ ਰਿਪੋਰਟ ਆ ਰਹੀ ਆ। ਮੈਂ ਇੱਕ ਤਾਜ਼ੀ ਉਦਾਹਰਨ ਦਿੰਦਾ। 2 ਦਿਨ ਪਹਿਲਾਂ ਇੱਕ ਸਾਡੇ NRI ਨੇ ਜਿਹੜਾ ਇੰਗਲੈਂਡ ਤੋਂ ਸੀਗਾ,
ਉਹਨੇ ਉੱਥੇ ਸੁਸਾਈਡ ਕਰ ਲਈ ਜੀ ਵੀ ਉਹਨੂੰ, ਕਿਉਂਕਿ ਵਾਪਸ ਆਉਣ ਦਾ ਮੌਕਾ ਨਹੀਂ ਦਿੱਤਾ ਗਿਆ। ਤੇ ਇਹ ਬੜੀ ਜੀ ਵੱਡੀ ਤਰਾਸਦੀ ਆ ਕਿ ਇੱਕ ਵਾਪਸ ਨਾ ਆਉਣ ਦੇ ਕਾਰਨ ਕਰੋਨਾ ਤੋਂ ਤਾਂ ਵਿਚਾਰੇ ਨੇ ਕੀ ਮਰਨਾ ਸੀ, ਹੁਣ ਉਹ ਸੁਸਾਈਡਸ ਕਰਕੇ 70 ਸਾਲ ਦਾ ਉਹ ਬਜ਼ੁਰਗ ਸੀਗਾ, ਤੇ ਉਹਨੇ ਬਹੁਤ ਜ਼ਰੂਰੀ ਉੱਥੇ ਵਾਪਸ ਆਉਣਾ ਸੀ ਯੂਕੇ, ਤੇ ਉਹਦੀ ਵਾਈਫ ਤੇ ਉਹ ਇਕੱਠੇ ਘਰ ਰਹਿੰਦੇ ਸੀ ਉੱਥੇ, ਤੇ ਗਏ ਸੀ ਮਤਲਬ, ਤੇ ਪਰ ਉਹ ਜੀ ਨਾ ਉਹਨੂੰ ਮਨਜ਼ੂਰੀ ਮਿਲਣ ਕਰਕੇ ਤੇ ਉਹਨੇ ਸੁਸਾਈਡ ਕਰ ਲਈ। ਇਹ ਸਭ ਤੋਂ ਵੱਡੀ ਇੱਕ ਬਿਲਕੁਲ ਤਾਜ਼ਾ ਜਿਹੜੀ ਐਗਜ਼ਾਮਪਲ ਆ ਇਹ ਆ, ਤੇ ਬਾਕੀ ਲੋਕਾਂ ਤੇ ਕੀ ਬੀਤਦੀ ਹੋਊਗੀ ਉਹ ਤੁਸੀਂ ਸਮਝ ਸਕਦੇ ਹੋ। ਮੈਂ ਜਿਹੜੀ ਇੱਥੇ ਨਾਲ ਮੇਨ ਗੱਲ ਕਰਨੀ ਚਾਹੁੰਦਾ, ਉੱਥੇ NRIਆਂ ਨੂੰ ਤਾਂ ਇਸ ਤਰ੍ਹਾਂ ਹੈ ਕਿ ਇਹਨਾਂ ਨੇ ਵਤੀਰਾ ਕੀਤਾ ਕਿ ਜਿਸ ਤਰ੍ਹਾਂ ਇਹ ਪਤਾ ਨਹੀਂ ਸ਼ਾਇਦ NRI ਹੀ ਲੈ ਕੇ ਕਰੋਨਾ ਵਾਇਰਸ ਜਿਹੜੀ ਆ ਉਹ ਲੈ ਕੇ ਆਏ ਆ ਉੱਥੇ ਹਿੰਦੁਸਤਾਨ 'ਚ, ਕਿਉਂਕਿ ਜੇ ਅਸੀਂ ਟੋਟਲ ਉੱਥੇ ਨਾਪ ਤੋਲ ਕਰੀਏ ਤੇ ਮੇਰਾ ਖਿਆਲ ਆ ਵੀ -1% ਵੀ ਜਿਹੜੇ ਆ ਉਹ NRI ਉੱਥੇ ਇਹਦੀ ਮਾਰ 'ਚ ਨਹੀਂ ਆਏ ਕਰੋਨਾ ਵਾਇਰਸ 'ਚ। ਤੇ ਉਸ ਕਰਕੇ ਬਹੁਤੇ ਲੋਕ ਤਾਂ ਸਥਾਨਕ ਲੋਕ ਆ ਜਿਹੜੇ ਉੱਥੋਂ ਦੇ, ਜਿਨ੍ਹਾਂ ਨੂੰ ਬਿਮਾਰੀ ਨੇ ਘੇਰਿਆ। ਜਿਹੜਾ ਵਤੀਰਾ ਪੁਲਿਸ ਦਾ ਲਾ ਲਓ ਜਾਂ ਜਿਹੜਾ ਹੋਰ ਮੈਨੇਜਮੈਂਟ ਦਾ ਲਾ ਲਓ ਜਾਂ ਕਿਸੇ ਹਸਪੀਟਲ ਵਾਲਿਆਂ ਦਾ ਲਾ ਲਓ। ਹੁਣ ਇੱਕ ਦੂਜੀ ਮੈਂ ਮਿਸਾਲ ਦੇਣੀ ਚਾਹੁੰਦਾ ਇੱਥੇ ਕਿ ਜਥੇਦਾਰ ਨਿਰਮਲ ਸਿੰਘ ਹੋਰੀ, ਉਹਨਾਂ ਦਾ ਜਦੋਂ ਉਹਨਾਂ ਦੀ ਡੈਥ ਹੋਈ ਹੈ, ਇੱਕ ਫੋਨ ਕਾਲ ਜਿਹੜੀ ਸੀਗੀ ਉਹ ਬੜੀ ਵਾਇਰਲ ਹੋਈ ਸੀ, ਕਿਉਂਕਿ ਉਹ ਫੋਨ ਬਿਲਕੁਲ ਕਾਲ ਇਸ ਤਰ੍ਹਾਂ ਮਤਲਬ ਉਹਦੇ ਪਿਓ ਪੁੱਤਾਂ 'ਚ ਗੱਲ ਹੋਈ ਸੀ ਕਿ ਜਿਵੇਂ ਉਹ ਅੰਦਰੋਂ ਦੱਸ ਰਹੇ ਸੀ ਕਿ ਮੇਰਾ ਕੋਈ ਇਲਾਜ ਨਹੀਂ ਹੋ ਰਿਹਾ, ਮੈਨੂੰ ਬਿਲਕੁਲ ਬਿਲਕੁਲ ਇੱਥੇ ਬਿਲਕੁਲ ਕੋਈ ਰਿਸਪੌਂਸ ਨਹੀਂ ਦਿੱਤਾ ਜਾ ਰਿਹਾ, ਮੈਨੂੰ 5-6 ਘੰਟੇ ਹੋ ਗਏ ਆ ਅੰਦਰ ਆਏ ਨੂੰ, ਤੇ ਕੋਈ ਵੈਸੇ ਵੀ ਮੈਨੂੰ ਮੇਰੇ ਰੰਧਾਵਾ ਸਾਹਿਬ ਦੂਸਰੇ ਪੁੱਛ ਨਹੀਂ ਪਾਸੇ ਰਿਹਾ। ਗੱਲ ਇਹ ਵੀ ਹੈ ਕਿ ਜਿਹੜੇ NRIs ਉੱਥੇ ਗਏ ਹੋਏ ਨੇ ਉਹਨਾਂ ਦਾ ਬਿਜ਼ਨਸ ਇੱਥੇ ਠੱਪ ਪਏ ਨੇ, ਲਾਜ਼ਮੀ ਤੌਰ ਤੇ ਬਿਲਕੁਲ ਉਹਨਾਂ ਨੂੰ ਆਪਣੇ ਬਿਜ਼ਨਸ ਦੀ ਵੀ ਚਿੰਤਾ, ਉਹਨਾਂ ਨੂੰ ਆਪਣੇ ਪਰਿਵਾਰਾਂ ਦੀ ਚਿੰਤਾ, ਕਿਉਂਕਿ ਕਈ ਆਪਣੇ ਪਰਿਵਾਰ ਦੇ ਜਿਹੜੇ ਯੰਗਸਟਰਸ ਨੇ ਉਹ ਭਾਰਤ ਗਏ ਹੋਏ ਨੇ ਜਾਂ ਹੋਰ ਮੁਲਕਾਂ 'ਚ ਗਏ ਹੋਏ ਨੇ, ਪਰ ਉਹਨਾਂ ਦੇ ਜਿਹੜੇ ਬਜ਼ੁਰਗ ਮਾਤਾ ਪਿਤਾ ਨੇ ਇੱਥੇ ਨੇ, ਉਹ ਇਕੱਲੇ ਨੇ, ਉਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ, ਕਿਉਂਕਿ ਜਦੋਂ ਉਹ ਗਏ ਸੀ ਸਿਰਫ 8-10 ਦਿਨ ਸੋਚ ਕੇ ਹੀ ਗਏ ਸੀਗੇ ਕਿ 8-10 ਦਿਨ ਅਸੀਂ ਬਿਤਾ ਕੇ ਬਿਲਕੁਲ ਆਵਾਂਗੇ, 15 ਦਿਨ ਬਿਤਾ ਕੇ ਆਵਾਂਗੇ, ਵਾਪਸ ਆ ਜਾਵਾਂਗੇ। ਪਰ ਲੇਕਿਨ ਜਦੋਂ ਅੱਜ ਮਹੀਨਾ, 1.5-2 ਮਹੀਨੇ ਹੋ ਚੁੱਕੇ ਨੇ, ਉਹ ਵਾਪਸ ਨਹੀਂ ਆ ਪਾ ਰਹੇ, ਤਾਂ ਉਹਨਾਂ ਦੇ ਪੇਰੈਂਟਸ ਇੱਥੇ ਇਕੱਲੇ ਨੇ। ਨੈਚੁਰਲੀ ਗੱਲ ਹੈ ਕਿ ਟੈਨਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਹੋ ਜਾਂਦੀ ਹੈ, ਇੱਕ ਵਪਾਰ ਦੀ ਵੀ ਟੈਨਸ਼ਨ, ਬਜ਼ੁਰਗ ਮਾਪਿਆਂ ਦੀ ਟੈਨਸ਼ਨ। ਮੈਂ ਤੁਹਾਨੂੰ ਕਿਸੇ ਦੀ ਤਾਂ ਕੀ ਉਦਾਹਰਨ ਦੇਣੀ, ਮੈਂ ਇੱਕ ਐਗਜ਼ਾਮਪਲ ਆਪਣੀ ਦਿੰਦਾ। ਮੈਂ 10 ਮਾਰਚ ਨੂੰ ਹਿੰਦੁਸਤਾਨ ਗਿਆ, ਪੰਜਾਬ ਗਿਆ, ਕੋਈ ਮੈਰਿਜ ਅਟੈਂਡ ਕੀਤੀ, 3 ਕੁ ਦਿਨ ਉੱਥੇ ਮੈਰਿਜ ਅਟੈਂਡ ਕੀਤੀ। ਉਦੋਂ ਰੌਲਾ ਬਹੁਤ ਜ਼ਿਆਦਾ ਪੈ ਗਿਆ ਕਿ ਹੁਣ ਜਿਹੜੀਆਂ ਫਲਾਈਟਸ ਆ ਉਹ ਬੰਦ ਹੋ ਜਾਣੀਆਂ ਤੇ ਜਿੰਨੇ ਜਾਣਾ ਵਾਪਸ ਉਹ ਜਾ ਸਕਦੇ ਆ। ਮੈਂ 17 ਤਰੀਕ ਨੂੰ 10 ਨੂੰ ਜਾ ਕੇ 10 ਮਾਰਚ ਨੂੰ ਜਾ ਕੇ 17 ਤਰੀਕ ਨੂੰ ਮੈਂ ਐਮਰਜੈਂਸੀ ਦੁਬਾਰਾ ਆਪਣੀ ਜਿਹੜੀ ਟਿਕਟ ਆ ਉਹ ਬੁੱਕ ਕਰਾਈ ਤੇ ਵਾਪਸ ਆ ਗਿਆ। ਮੈਂ ਤੇ ਮੇਰੀ ਵਾਈਫ ਸੀਗੇ। ਉਹ ਤੋਂ ਬਾਅਦ ਅੱਜ ਦੀ ਡੇਟ ਤੱਕ ਵੀ ਹਾਲੇ ਕਿ ਮੈਂ ਉੱਥੇ ਵੈਲਨ ਆਉਣਾ, ਸਾਰਿਆਂ ਨੂੰ ਪਤਾ ਮੇਰੇ ਬਾਰੇ, ਇਲਾਕੇ ਨੂੰ ਵੀ ਪਤਾ, ਪੁਲਿਸ ਡਿਪਾਰਟਮੈਂਟ ਨੂੰ ਪਤਾ, ਹੋਰ ਵੀ ਜਿਹੜੇ ਏਰੀਏ 'ਚ ਜਿਹੜੇ ਅਫਸਰ ਆ ਉਹਨਾਂ ਨੂੰ ਪਤਾ। ਮੇਰੇ ਘਰ ਵਿੱਚ ਹੀ 5 ਰੇਡਸ ਜਿਹੜੀਆਂ ਹੁਣ ਤੱਕ, ਜਿਵੇਂ ਨਾ ਰੇਡਸ, ਮੈਂ ਰੇਡਸ ਕਹਿ ਰਿਹਾ ਇੱਥੇ ਕਿ ਜਿਸ ਤਰ੍ਹਾਂ ਕੋਈ ਕਿਸੇ ਮੁਜਰਮ ਦੇ ਘਰ ਰੇਡਸ ਮਾਰੀਆਂ ਜਾਂਦੀਆਂ, ਇਸ ਤਰੀਕੇ ਨਾਲ ਉੱਥੇ ਰੇਡਾਂ ਪੈਂਦੀਆਂ ਤੇ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਕਿੱਥੇ ਆ ਜੀ ਉਹ ਜਿਹੜੇ NRI ਆਏ ਸੀਗੇ। ਤੇ ਉਹ ਉਹਨਾਂ ਨੇ ਮੇਰੇ ਘਰ ਜਿਹੜੇ ਰਹਿੰਦੇ ਆ ਟੈਂਪਰਰੀ, ਮੈਂ ਕਿਸੇ ਨੂੰ ਛੱਡਿਆ ਹੋਇਆ ਉੱਥੇ, ਤੇ ਉਹ ਕਹਿੰਦੇ ਉਹ ਤਾਂ ਆਏ ਸੀਗੇ ਜੀ ਵਿਆਹ ਕਰਕੇ, ਵਿਆਹ ਅਟੈਂਡ ਕਰਕੇ ਚਲੇ ਗਏ। ਤੇ ਉਹ ਨਹੀਂ ਜੀ ਨਹੀਂ, ਉਹਨਾਂ ਨੂੰ ਤਾਂ ਸਾਨੂੰ ਬੜੀ ਹਦਾਇਤਾਂ ਵੀ ਇਹਨਾਂ ਨੂੰ ਪੇਸ਼ ਕਰੋ, ਤੇ ਅਸੀਂ ਤਾਂ ਵੀ ਲੈਣ ਆਏ ਆ, ਵੀ ਜ਼ਰੂਰੀ ਆ। ਮਤਲਬ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾਂਦਾ। ਉਹ ਸਮਝਦਾ ਹੀ ਕੁਛ ਨਹੀਂ ਵੀ NRI ਜਿਹੜੇ ਆ ਬੜਾ ਵੱਡਾ ਇੱਕ ਹਵਾ ਤੇ ਮੇਨ ਜਿਹੜਾ ਕਾਰਨ ਆ ਮਤਲਬ ਇੱਥੇ ਵਾਇਰਸ ਫੈਲਾਉਣ ਦਾ, ਉਹ ਸਿਰਫ ਜਿਹੜੇ ਬਾਹਰਲੇ ਮੁਲਕਾਂ ਤੋਂ ਇੱਥੇ NRI ਆਏ ਆ ਉਹੀ ਫੈਲਾ ਰਹੇ ਆ। ਦੂਜੀ ਗੱਲ ਵੀ ਜਿਹੜੇ ਬੰਦੇ ਨਹੀਂ ਆ ਸਕਦੇ, ਹੁਣ ਜਿਹੜੇ ਫਸੇ ਆ ਉੱਥੇ, ਹੁਣ ਜਿਵੇਂ ਤੁਸੀਂ ਆਪ ਵੀ ਕਹਿਤਾ ਕਿ ਕਿਸੇ ਦਾ ਬਿਜ਼ਨਸ ਆ, ਕਿਸੇ ਦੇ ਬਜ਼ੁਰਗ ਮਾਂ ਪਿਓ ਆ, ਕਿਸੇ ਦਾ ਬੱਚੇ ਆ ਛੋਟੇ, ਜਾਂ ਕੋਈ ਹੋਰ ਉਹਨਾਂ ਦਾ ਕੋਈ ਕੰਮ ਸੀ ਜ਼ਰੂਰੀ, ਜਿਹੜਾ ਵੀ ਉਹਨਾਂ ਦਾ ਆਉਣਾ ਜ਼ਰੂਰੀ ਸੀ। ਈਵਨ ਕਈ ਇਸ ਤਰ੍ਹਾਂ ਦੇ ਵੀ ਸਾਨੂੰ NRIs ਨੇ ਉੱਥੋਂ ਕਾਲਾਂ ਕੀਤੀਆਂ ਵੀ ਸਾਡੀ ਤਾਂ ਭਾਈ ਦਵਾਈ ਮੁੱਕ ਗਈ, ਇੱਥੇ ਅਸੀਂ ਦਵਾਈ ਉਹ ਲੈ ਨਹੀਂ ਸਕਦੇ ਜਿਹੜੀ ਸਾਡਾ ਜਿਹੜੀ ਰੈਗੂਲਰ ਦਵਾਈ ਚੱਲਦੀ ਆ। ਤੇ ਉਹ ਮਤਲਬ ਮੈਡੀਕਲ ਟ੍ਰੀਟਮੈਂਟ ਵੀ ਜਿਹੜਾ ਉਹਦੇ ਤੋਂ ਵੀ ਵਿਚਾਰੇ ਵਾਂਝੇ ਹੋ ਗਏ ਆ। ਤੇ ਜੇ ਉੱਥੇ ਕਿਤੇ ਜਾਂਦੇ ਆ ਦਵਾਈ ਲੈਣ, ਕਿਉਂਕਿ ਬਹੁਤੇ ਜਿਹੜੇ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ ਕਿ NRIs ਆ ਉਹ ਲੁੱਕ ਕੇ ਰਹਿ ਰਹੇ ਆ, ਤੇ ਜੇ ਉਹ ਦਵਾਈਆਂ ਲੈਣ ਜਾਂਦੇ ਵੀ ਆ ਤੇ ਉਹਨਾਂ ਨੂੰ ਪਹਿਲਾਂ ਹੀ ਪੁੱਛਿਆ ਜਾਂਦਾ ਵੀ ਤੁਸੀਂ ਕਿੱਥੋਂ ਆਏ ਹੋ ਜਾਂ ਕੀ ਕਰਨੀ ਆ। ਤੇ ਜੇ ਮਾੜਾ ਜਿਹਾ ਵੀ ਸ਼ੱਕ ਹੋ ਜੇ ਤੇ ਉਹ ਕੱਲਾ, ਹੁਣ ਜਿਹੜੇ ਕੈਮਿਸਟ ਵਾਲੇ ਜਿਹੜੇ ਉਹ ਵੀ ਗੱਲਾਂ ਕਰਨ ਲੱਗ ਪਏ ਆ ਕਿ ਆ ਜਾਓ ਭਾਈ ਇੱਥੇ NRI ਆਇਆ ਜਾਂ ਕੋਈ ਇਸ ਟਾਈਪ ਦੀ ਦਵਾਈ ਲੈਣ ਆਇਆ, ਇਹਨੂੰ ਫੜ ਕੇ ਲੈ ਜਾਓ। ਜਿਵੇਂ ਇਹਨਾਂ ਸ਼ਿਕਾਰ ਕੀਤਾ ਜਾ ਰਿਹਾ, ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ NRIs ਦਾ ਮੈਂ ਕਹਿ ਸਕਦਾ ਵੀ ਸ਼ਿਕਾਰ ਕੀਤਾ ਜਾ ਰਿਹਾ। ਇਸ ਵੇਲੇ ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਸਥਿਤੀ ਹੈ ਇਸ ਵੇਲੇ ਪੰਜਾਬ 'ਚ ਖਾਸ ਕਰਕੇ ਜਿਹੜੀ NRIs ਦੀ। ਜੀ ਜੀ, ਔਰ ਗੁਮਟਾਲਾ ਸਾਹਿਬ ਹੁਣ ਮੈਂ ਤੁਹਾਡੇ ਕੋਲ ਆਵਾਂਗਾ ਕਿਉਂਕਿ ਲਗਾਤਾਰ ਤੁਸੀਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਜ਼ਰੀਏ ਆਮ ਲੋਕਾਂ ਦੀ ਮਦਦ ਕਰਦੇ ਰਹਿੰਦੇ ਹੋ। ਕਿਸ ਤਰ੍ਹਾਂ ਦੀਆਂ ਤੁਹਾਨੂੰ ਰਿਪੋਰਟਸ ਮਿਲ ਰਹੀਆਂ ਨੇ, ਕਿਉਂਕਿ ਜੇਕਰ ਕੋਈ ਭਾਰਤ ਤੋਂ ਬਾਹਰ ਨਿਕਲਣਾ ਵੀ ਚਾਹੁੰਦਾ ਹੈ ਜਾਂ ਫਿਰ ਭਾਰਤ ਜਾਣਾ ਵੀ ਚਾਹੁੰਦਾ, ਪਰ ਉਸ ਨੂੰ ਇੱਕ ਮੋਟੀ ਫੀਸ ਅਦਾ ਕਰਨੀ ਜ਼ਰੂਰ ਪੈ ਰਹੀ ਹੈ, ਕਿਉਂਕਿ ਚਾਰਟਰ ਫਲਾਈਟ, ਸਪੈਸ਼ਲ ਫਲਾਈਟ ਜਿਹੜੀਆਂ ਚੱਲ ਰਹੀਆਂ ਨੇ ਉਹਦੀ ਇੱਕ ਮੋਟੀ ਫੀਸ ਵੀ ਹੈ।
ਇੱਕ ਨਾਰਮਲ ਟਿਕਟ ਤੋਂ ਕਈ ਗੁਣਾ ਜ਼ਿਆਦਾ ਉਸ ਨੂੰ ਟਿਕਟ ਪੇ ਕਰਨੀ ਪੈ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਜੀ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਕੰਟਰੀਜ਼ ਨੇ ਤੇ ਜੀ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਕੋਲ ਇੰਨਾ ਪੈਸਾ ਹੋਵੇ ਕਿ ਅੱਜ ਦੇ ਟਾਈਮ ਵਿੱਚ ਉਹਨੇ ਆਪਣੇ ਘਰ ਵੀ ਪਹੁੰਚਣਾ ਹੈ ਅਤੇ ਉਹ ਮੋਟੀ ਫੀਸ ਵੀ ਦੇਵੇ। ਹਾਂਜੀ, ਐਕਚੁਅਲੀ ਸਭ ਤੋਂ ਪਹਿਲਾਂ ਜਿਹੜਾ ਸ਼ੁਰੂ ਹੋਇਆ ਸੀ ਉਹ ਕੈਨੇਡਾ, ਪਹਿਲਾਂ ਜਰਮਨੀ ਨੇ ਆਪਣੇ ਸਿਟੀਜ਼ਨ ਕੱਢੇ ਸੀ ਤੇ ਕੈਨੇਡਾ ਦਾ ਆਇਆ ਸੀ, ਤੇ ਇਹ ਕੈਨੇਡਾ ਦਾ ਕਾਫੀ ਹੈ ਜਿਹੜਾ ਇਹਨਾਂ ਨੇ ਟਿਕਟ ਰੱਖੀ $3000 ਜਿਹੜੀ ਕੈਨੇਡਾ ਤੋਂ ਆਉਣ ਲਈ, ਵਾਪਸ ਆਉਣ ਲਈ, ਪਲੱਸ ਜਿਹੜਾ ਜੇ ਕੋਈ ਟੋਰਾਂਟੋ ਆਇਆ, ਕਿਸੇ ਨੂੰ ਕਿਤੇ ਜਾਣਾ ਪੈ ਰਿਹਾ ਹੈ ਤੇ ਉਹਦੇ ਲਈ ਇਹਨਾਂ ਨੇ $5000 ਜਿਹੜਾ ਲੋਨ ਹੈ, ਧਾਲੀਵਾਲ ਸਾਹਿਬ ਦੱਸ ਸਕਦੇ ਨੇ। ਪਰ ਕੁਝ ਪ੍ਰੋਬਲਮਸ ਆਈਆਂ ਲੋਕਾਂ ਨੂੰ ਕਿ ਲੋਨ ਕਿਸ ਤਰ੍ਹਾਂ ਲੈਣਾ, ਪਰ ਆਈ ਥਿੰਕ ਹੁਣ ਇਨਫੋਰਮੇਸ਼ਨ ਕਲੀਅਰ ਕਰ ਰਹੇ ਨੇ। ਮੈਂ ਅਮਰੀਕਾ ਦੀ ਗੱਲ ਕਰਾਂਗਾ, ਜਿਹੜੇ ਲੋਕਾਂ ਨੇ ਹਾਲੇ ਰਜਿਸਟਰ ਨਹੀਂ ਕੀਤਾ, ਉਹ ਇਹ ਲਿੰਕ ਹੈਗਾ tinyurl.com/USCIT-India। ਇਹ ਲਿੰਕ ਤੇ ਜਾ ਕੇ ਤੁਸੀਂ US ਐਮਬੈਸੀ ਨੇ, ਜਿਹੜੀ ਦਿੱਲੀ ਦੀ ਐਮਬੈਸੀ ਹੈ, ਉੱਥੇ ਵੀ ਲਿੰਕ ਹੈਗਾ। ਉਹਨਾਂ ਨੇ ਕਿਹਾ ਹੈ ਕਿ ਉਹ ਤੁਸੀਂ ਉੱਥੇ ਰਜਿਸਟਰ ਕਰੋ। ਤੇ ਉਹਦੇ ਵਿੱਚ ਅਮਰੀਕਾ ਨੇ ਜਿਹੜੀ 7 ਅਪ੍ਰੈਲ ਨੂੰ, ਇਹ ਬੜੀ ਹਿਸਟੋਰੀਕਲ ਚੀਜ਼ ਹੈ ਕਿ ਅੰਮ੍ਰਿਤਸਰ ਇਸ ਵਕਤ ਸੈਂਟਰ ਬਣਿਆ ਹੋਇਆ ਹੈ ਪੂਰਾ ਭਾਰਤ ਵਿੱਚ, ਨੰਬਰ 1 ਤੇ 에ਅਰਪੋਰਟ ਜਿਹੜਾ ਹੈ, ਜਿੱਥੋਂ ਸਭ ਤੋਂ ਵੱਧ ਇਸ ਵਕਤ ਇਵੈਕੂਏਸ਼ਨ ਫਲਾਈਟ ਚੱਲ ਰਹੀਆਂ। ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਜੇ ਕਿੰਨੇ ਪੰਜਾਬੀ ਜਿਹੜੇ ਨੇ ਦੁਨੀਆ ਭਰ ਤੋਂ ਇਸ ਵਕਤ ਉੱਥੇ ਨੇ ਤੇ ਜਾਂਦੇ ਨੇ। ਤੇ ਇੱਕ ਆਈ ਓਪਨਰ ਵੀ ਹੈਗਾ ਹੁਣ 에ਅਰਲਾਈਨਸ ਲਈ, ਜਿਹੜਾ ਕਿ ਅਸੀਂ ਗੱਲਾਂ ਕਰਦੇ ਰਹਿੰਦੇ ਸੀ ਕਿਉਂਕਿ ਕਾਫੀ ਲੋਕ ਦਿੱਲੀ ਜਾਂਦੇ ਸੀ। ਪਰ ਮੈਂ ਵਾਪਸ ਆਵਾਂਗਾ, 7 ਅਪ੍ਰੈਲ ਨੂੰ ਫਲਾਈਟ ਅੰਮ੍ਰਿਤਸਰੋਂ ਗਈ ਸੀ ਦਿੱਲੀ, ਜਿਸ 96 ਸਵਾਰੀਆਂ ਗਈਆਂ ਤੇ ਈਵਨ US ਹਾਈ ਕਮਿਸ਼ਨ ਦੇ ਲੋਕ ਅੰਮ੍ਰਿਤਸਰ ਆਏ ਸੀ। ਪਰ ਉੱਥੇ ਜੀ 600 ਲੋਕ ਬਿਨਾਂ, ਜਿਨ੍ਹਾਂ ਕੋਲ ਨਹੀਂ ਟਿਕਟ ਆਈ ਸੀ, ਜਿਨ੍ਹਾਂ ਨੂੰ ਹਾਲੇ ਕਨਫਰਮੇਸ਼ਨ ਨਹੀਂ ਸੀ ਆਈ, ਉਹ ਵੀ ਪਹੁੰਚ ਗਏ ਤੇ ਉਹ ਤਰਲੇ ਕੱਢ ਰਹੇ ਸੀ ਜੀ ਕਿ ਸਾਡੇ ਕੋਲ ਤੁਸੀਂ $10,000 ਲੈ ਲਓ, $15,000 ਲੈ ਲਓ, ਸਾਨੂੰ ਲੈ ਜਾਓ ਇੱਥੋਂ। ਕਿਉਂਕਿ ਜਿਸ ਤਰ੍ਹਾਂ ਦੱਸਿਆ ਉਸ ਵਕਤ ਇੰਨਾ ਸਟ੍ਰੈਸਫੁਲ ਮਾਹੌਲ ਬਣਿਆ ਸੀ। ਤੇ ਉਹਦੇ ਵਿੱਚ ਫਿਰ ਕਾਫੀ ਲੋਕ 7 ਅਪ੍ਰੈਲ ਨੂੰ US ਵਾਲੇ ਆਏ ਨੇ। ਤੇ ਫਿਰ ਇੰਡੀਆ ਨੇ ਵੀ ਇੱਕ ਵੈਬਸਾਈਟ ਬਣਾਈ ਹੈ, ਮੈਂ ਕਹਾਂਗਾ ਇੱਥੇ ਫਿਰ ਜਾਣਕਾਰੀ ਦੇਣੀ ਚਾਹਾਂਗਾ ਸਾਰੇ ਦੇਖਣ ਵਾਲਿਆਂ ਨੂੰ, strandedinIndia.com, strandedinIndia.com। ਉੱਤੇ ਉਹਨਾਂ ਦਾ WhatsApp ਨੰਬਰ ਵੀ ਹੈਗਾ ਤੇ ਉੱਤੇ ਤੁਸੀਂ ਰਜਿਸਟਰ ਕਰ ਸਕਦੇ ਜੇ ਤੁਸੀਂ ਬਾਹਰੋਂ ਆਏ ਜੇ। ਜਿਹੜੀ ਦਵਾਈ ਦੀ ਤੁਹਾਨੂੰ ਲੋੜ ਹੈ ਉਹ ਸਰਕਾਰ ਵੱਲੋਂ, ਇੰਡੀਅਨ ਗਵਰਨਮੈਂਟ ਵੱਲੋਂ ਸ਼ੁਰੂ ਕੀਤੀ ਗਈ ਹੈ। ਸੋ US ਗਵਰਨਮੈਂਟ ਦੀ ਜਿਹੜੀ ਫਲਾਈਟ ਆਈ ਸੀ ਉਹਦੇ ਚ ਉਹਨਾਂ ਨੇ ਤੁਹਾਡੇ ਕੋਲ ਕਿਰਾਇਆ ਨਹੀਂ ਲਿਆ, ਪਰ ਤੁਸੀਂ ਉਹਨਾਂ ਨੂੰ ਇੱਕ ਪ੍ਰੋਮਿਸ ਕਰਕੇ ਆਏ ਜੇ ਕਿ ਤੁਸੀਂ 2 ਸਾਲ ਚ ਜਿਹੜੀ ਉਹ $2000 ਦੀ ਟਿਕਟ ਸੀ, ਉਹ 2 ਸਾਲਾਂ ਵਿੱਚ ਤੁਸੀਂ ਉਹ ਪੈਸੇ ਦੇਵੋਗੇ। ਸੋ ਇਹ US ਗਵਰਨਮੈਂਟ ਨੇ ਕੀਤਾ। ਤੇ ਇਸੇ ਤਰ੍ਹਾਂ ਸਭ ਤੋਂ ਜਿਹੜਾ ਹੋਰ ਇੱਕ ਵੱਡਾ ਕੰਮ ਹੋਇਆ ਉਹ ਹੈ ਬ੍ਰਿਟਿਸ਼ ਏਅਰਵੇਜ਼। ਉੱਥੋਂ ਦੇ MP ਨੇ, ਤਨਮਨਜੀਤ ਸਿੰਘ ਢੇਸੀ ਤੇ ਕੁਝ ਹੋਰ MPs ਨੇ ਜੁਆਇੰਟਲੀ ਆਪੋਜੀਸ਼ਨ, ਜਾਂ ਉਹਨਾਂ ਨੇ ਆਪਣੀ ਸਰਕਾਰ ਨੂੰ ਬੇਨਤੀ ਕੀਤੀ ਕਿ ਦਿੱਲੀ ਤੋਂ ਤੇ ਉਹ ਮੁੰਬਈ ਤੇ ਗੋਆ ਤੋਂ ਫਲਾਈਟਸ ਲਾ ਰਹੇ ਸਨ। ਸੋ ਅਸੀਂ ਵੀ ਲਿਖਿਆ ਤੇ ਹੁਣ ਬ੍ਰਿਟਿਸ਼ ਗਵਰਨਮੈਂਟ ਨੇ 4 ਫਲਾਈਟਸ ਗਈਆਂ ਨੇ ਤੇ ਉਹਨਾਂ ਨੇ ਜਿਹੜੀ ਟਿਕਟ ਰੱਖੀ ਸੀ ਉਹ ਰੱਖੀ ਸੀ £472। ਤੇ ਹੁਣ ਉਹਨਾਂ ਦੀ ਇੱਕ ਹੋਰ ਨਵਾਂ ਸ਼ੁਰੂ ਹੋ ਗਿਆ, 21, 23, 25 ਤੇ 27 ਨੂੰ ਅੰਮ੍ਰਿਤਸਰ ਤੋਂ ਬ੍ਰਿਟਿਸ਼ ਏਅਰਵੇਜ਼ ਫਲਾਈਟਸ ਲੈ ਕੇ ਜਾ ਰਹੀਆਂ। £550 ਉਹਦੀ ਫਲਾਈਟ ਹੈ। ਸੋ ਉਹ ਕਾਫੀ ਲੋਕ ਉਹਦੇ ਨਾਲ ਸੈਟੀਸਫਾਈਡ ਨੇ ਕਿ ਜਿਹੜੀ ਉਹ ਪ੍ਰਾਈਸ ਰੱਖੀ ਗਈ ਹੈ। ਉਹ 'ਚ UK ਗਵਰਨਮੈਂਟ ਨੇ ਕੁਝ ਦਿੱਤਾ ਸਬਸਿਡੀ ਜਾਂ ਕਿਸ ਤਰ੍ਹਾਂ, ਉਹਦੀ ਜਾਣਕਾਰੀ ਸਾਨੂੰ ਪੂਰੀ ਨਹੀਂ ਹੈਗੀ। ਪਰ ਇਸ ਤਰ੍ਹਾਂ ਕੁਝ ਕੰਟਰੀਜ਼ ਨੇ ਯਤਨ ਕੀਤੇ ਨੇ। US ਨੇ 2000 ਪਲੱਸ ਰੱਖਿਆ ਹੈ। ਪਰ ਮੈਂ ਇੱਥੇ ਕਹਾਂਗਾ ਕਿ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ NRI, ਜਦੋਂ ਕਿਹਾ ਗਿਆ, ਮੇਰੇ ਆਪਣੇ ਪੇਰੈਂਟਸ ਅਪ੍ਰੈਲ 'ਚ ਵਾਪਸ ਆਉਂਦੇ ਨੇ ਜੀ ਅਮਰੀਕਾ। ਮੈਂ ਆਪਣੇ ਪੇਰੈਂਟਸ ਨੂੰ ਹਾਲੇ ਰਜਿਸਟਰ ਨਹੀਂ ਕੀਤਾ ਕਿਉਂਕਿ ਮੈਂ ਪਰਸਨਲ, ਇਹ ਮੇਰਾ ਪਰਸਨਲ ਹੈ। ਅਸੀਂ ਸੋਚਦੇ ਹਾਂ ਕਿ ਇਸ ਵਕਤ ਅੰਦਰ ਰਹਿਣਾ ਸਭ ਤੋਂ ਬੈਨੀਫਿਟ ਹੈ ਜੇ ਤੁਹਾਨੂੰ ਕੋਈ ਐਮਰਜੈਂਸੀ ਟਰੈਵਲ ਨਹੀਂ ਹੈ, ਜਿਸ ਤਰ੍ਹਾਂ ਦੀ ਦੱਸਿਆ ਕਿ ਪੇਰੈਂਟਸ ਨੇ। ਕਿਉਂਕਿ ਸਾਨੂੰ ਪਤਾ ਹੈ ਸਭ ਤੋਂ ਵੱਧ ਜਿਹੜਾ ਰਿਸਕ ਹੈਗਾ ਉਹ ਮੈਂ ਕੈਨੇਡੀਅਨ ਸਾਰਿਆਂ ਨੂੰ ਕਹਾਂਗਾ, ਜੇਕਰ ਤੁਸੀਂ ਵੱਡੇ ਜਿਹੜੇ ਜਾਂਦੇ ਨੇ ਉਹ 2 ਮਹੀਨੇ ਹੋਰ ਠਹਿਰ ਜਾਓ, ਕਿਤੇ ਕੁਝ ਨਹੀਂ ਹੋਣ ਲੱਗਾ। ਜੇ ਇੰਡੀਆ ਵਿੱਚ ਕੇਸ ਵੱਧ ਵੀ ਗਏ ਜਾਂ ਕਿਸ ਤਰ੍ਹਾਂ, ਤੇ ਨਾਲ ਦੀ ਨਾਲ ਮੈਂ ਰੰਧਾਵਾ ਸਾਹਿਬ ਤੇ ਹੋਰ ਵੀ ਜਿਹੜੇ ਅਮਰੀਕਨ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਮੈਨੂੰ ਬਹੁਤ ਫੋਨ ਆ ਰਹੇ ਨੇ ਜੀ ਅੰਮ੍ਰਿਤਸਰ ਤੋਂ, ਪੰਜਾਬ ਤੋਂ, ਕਿ ਸਾਡੇ ਇਹਨਾਂ ਨੇ ਇੱਕ ਫਲਾਈਟ ਲੈਣ ਦੀ ਅਮਰੀਕਨ ਗਵਰਨਮੈਂਟ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਕੋਈ ਫਲਾਈਟ ਨਹੀਂ ਆ ਰਹੀ। ਤੇ ਸਾਨੂੰ ਚਾਹੀਦਾ ਹੈ ਜਿਸ ਤਰ੍ਹਾਂ ਕੈਨੇਡਾ ਦੇ ਲੋਕ ਇਕੱਠੇ ਲਾਮਬੰਦ ਹੋਏ, ਉਹਨਾਂ ਨੇ ਆਪਣੀ MPs ਤੱਕ ਪਹੁੰਚ ਕੀਤੀ। ਇਹ ਵੀ ਜਦੋਂ ਲੋਕਾਂ ਦੀ ਆਵਾਜ਼ ਆਉਂਦੀ ਹੈ, ਉਹਨਾਂ ਨੂੰ ਪਤਾ ਲੱਗਾ ਕਿ ਇੰਨੇ ਲੋਕ ਰਜਿਸਟਰਡ ਨੇ। ਤੇ ਸਾਡੀਆਂ ਸੰਸਥਾਵਾਂ ਨੂੰ ਅਮਰੀਕਾ ਵਿੱਚ ਵੀ ਚਾਹੀਦਾ ਕਿ ਜਿਹੜੇ ਸਾਡੇ ਲੋਕ ਹਾਲੇ ਫਸੇ ਹੋਏ ਨੇ, ਇਹ ਉਦਮ ਕਰੀਏ। ਮੈਂ ਕੱਲ ਵੀ 1-2 ਸੁਸਾਇਟੀਆਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕਨ ਗਵਰਨਮੈਂਟ ਤੱਕ ਸਾਨੂੰ ਇਹ ਆਵਾਜ਼ ਪਹੁੰਚਾਉਣੀ ਪਏਗੀ ਕਿ ਤੁਸੀਂ ਇੱਕ ਫਲਾਈਟ 7 ਅਪ੍ਰੈਲ ਨੂੰ ਲੈ ਕੇ ਆਏ ਜੇ। ਸਾਡੇ ਪੰਜਾਬ ਦੇ ਲੋਕ ਹੋਰ ਫਸੇ ਹੋਏ ਨੇ, ਕਿੰਨਾ ਉਹਨਾਂ ਕੋ ਆਇਆ, ਅਸੀਂ ਪਹੁੰਚ ਕਰੀਏ। ਤੇ ਕਿਉਂਕਿ ਸਾਡੀ ਛੋਟੀ ਜਿਹੀ ਟੀਮ ਹੈ, ਅਸੀਂ 2-3 ਜਾਣੇ ਹੈਗੇ ਆ, ਅਸੀਂ ਇੰਨੇ ਕੰਮ ਨਹੀਂ ਕਰ ਸਕਦੇ। ਮੈਂ ਹੋਰ ਵੀ ਜਿਹੜੇ ਸੁਣਨ ਵਾਲੇ ਨੇ, ਅਸੀਂ ਇਕੱਠੇ ਲਾਮਬੰਦ। ਧਾਲੀਵਾਲ ਸਾਹਿਬ ਇੱਥੇ ਮੈਂ ਤੁਹਾਡੇ ਤੋਂ ਸਵਾਲ ਕਰਨਾ ਚਾਹਾਂਗਾ, ਕਿਉਂਕਿ ਜਿਵੇਂ ਰੰਧਾਵਾ ਸਾਹਿਬ ਨੇ ਦੱਸਿਆ ਸੀਗਾ ਕਿ ਪੰਜਾਬ ਵਿੱਚ ਕਈ ਐਸੇ NRIs ਹੈਗੇ ਨੇ
ਜਿਹੜੇ ਕਿ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਨੇ, ਲੋਕਾਂ ਦੀ ਗਲਤ ਨਜ਼ਰ ਦਾ ਸ਼ਿਕਾਰ ਹੋ ਰਹੇ ਨੇ, ਔਰ ਜਿਵੇਂ ਪੰਜਾਬ ਪੁਲਿਸ ਆ ਉਹਨਾਂ ਨੂੰ ਤੇ ਰੇਡ ਵੀ ਮਾਰ ਰਹੀ ਹੈ, ਛਾਪੇ ਮਾਰ ਰਹੀ ਹੈ ਕਿ ਸਾਨੂੰ ਦੱਸੋ ਕਿ NRIs ਕਿੱਥੇ ਨੇ ਤਾਂ ਜੋ ਅਸੀਂ ਉਹਨਾਂ ਨੂੰ ਕੁਆਰੰਟਾਈਨ ਕਰ ਸਕੀਏ ਔਰ ਉਹਨਾਂ ਤੋਂ ਇੱਕ ਚੰਗੀ ਜਾਣ ਪਛਾਣ ਇੱਕ ਜਾਂਚ ਉਹਨਾਂ ਦੀ ਕਰ ਸਕੀਏ ਤਾਂ ਜੋ ਜਿਹੜਾ ਵਾਇਰਸ ਹੈ ਅੱਗੇ ਨਾ ਫੈਲੇ, ਕਿਉਂਕਿ ਇੱਕ ਸਿਰਫ ਸ਼ੱਕ ਦੇ ਆਧਾਰ ਤੇ ਹੀ ਉਹਨਾਂ ਨੂੰ ਮੁਜਰਮ ਬਣਾ ਦਿੱਤਾ ਗਿਆ ਕਿ ਉਹਨਾਂ ਦੇ ਥਰੂ ਹੀ ਵਾਇਰਸ ਫੈਲ ਰਿਹਾ ਹੈ। ਕੀ ਤੁਹਾਡੇ ਕੋਲ ਅਜਿਹੀਆਂ ਰਿਪੋਰਟਸ ਆਈਆਂ ਨੇ? ਕੋਈ ਲੋਕਾਂ ਨੇ ਤੁਹਾਨੂੰ ਸ਼ਿਕਾਇਤ ਕੀਤੀ ਹੈ? ਸਾਨੂੰ ਪਹਿਲਾਂ ਤਾਂ ਮੈਂ ਇਸ ਕੁਐਸਚਨ ਤੋਂ ਆਨਸਰ ਤੋਂ ਬਾਅਦ ਆਗਿਆ ਲਵਾਂ, ਕਿਉਂਕਿ ਮੇਰੀ ਇੱਕ ਹੋਰ ਕਾਨਫਰੰਸ ਕਾਲ ਹੈਗੀ ਆ, ਉਹ ਮੈਂ ਆਲਰੇਡੀ ਉੱਥੇ ਲੇਟ ਹੈਗਾ। ਦੇਖੋ, ਜਦੋਂ ਤਾਈਂ ਮੇਰਾ ਸੰਬੰਧ ਹੈ, ਮੇਰੀ ਆਪਣੀ ਓਨ ਮਦਰ ਔਰ ਮੇਰੀ ਫੈਮਿਲੀ ਜਿਹੜੀ ਐਕਸਟੈਂਡਡ ਫੈਮਿਲੀ ਸਾਰੀ ਹਿੰਦੁਸਤਾਨ 'ਚ ਬੈਠੀ ਆ। ਹਜੇ ਮੈਂ ਇੱਕ ਵੀ ਆਪਣੀ ਫੈਮਿਲੀ ਦਾ ਤੇ ਐਕਸਟੈਂਡਡ ਫੈਮਿਲੀ ਦੇ ਇੱਕ ਵੀ ਬੰਦੇ ਨੂੰ ਹਜੇ ਤਾਈਂ ਇੱਧਰ ਨਹੀਂ ਲੈ ਕੇ ਆਇਆ। ਅਸੀਂ ਕਿਹਾ ਵੀ ਉਹਨਾਂ ਨੂੰ ਵੇਟ ਕਰਨਗੇ ਹਜੇ ਤਾਈਂ, ਜਦੋਂ ਹੋਰ ਸਾਰੇ ਆ ਜਾਣਗੇ। ਮੈਨੂੰ ਅੱਜ ਤਾਈਂ ਇੱਕ ਵੀ ਘਟਨਾ ਐਸੀ ਨਹੀਂ ਦਿਖੀ ਜਿੱਥੇ ਕੋਈ ਵੀ ਜਿਹੜਾ ਕੈਨੇਡੀਅਨ ਹੈਗਾ ਉਹਦੇ ਨਾਲ ਕਿਸੇ ਕਿਸਮ ਦੀ ਵਾਇਲੈਂਸ ਜਿਹੜੀ ਹੈਗੀ ਆ ਉਹ ਹੋਈ ਹੋਵੇ, ਜਾਂ ਕਿਸੇ ਕਿਸਮ ਦੀ ਖਿੱਚਾਤੂਈ ਜਿਹੜੀ ਹੈਗੀ ਆ ਉਹ ਹਿੰਦੁਸਤਾਨ ਸਰਕਾਰ ਦੇ ਜਾਂ ਪੰਜਾਬ ਸਰਕਾਰ ਦੇ ਕਿਸੇ EMPLOYEE ਨੇ ਜਿਹੜੀ ਆ ਉਹ ਕੀਤੀ ਹੋਵੇ। ਹਾਂ, ਦਵਾਈਆਂ ਦੀ ਇਸ਼ੂ ਆ ਰਿਹਾ, ਉਹਦੇ ਵਿੱਚ ਮੈਂ ਵੀ ਹੈਲਪ ਕਰਦਾ ਹੈਗਾ। ਜੇ ਮੈਨੂੰ ਕੋਈ ਕਹਿੰਦਾ ਤੇ ਮੈਂ ਉਹਨਾਂ ਦੀਆਂ ਦਵਾਈਆਂ ਉੱਪਰ ਦੀਆਂ ਕਰਦਾ ਹੈਗਾ। ਔਰ ਹੋਰ ਵੀ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿਸੇ ਗਰੁੱਪ ਦੀ ਗੱਲ ਕਰਦੇ ਹੈਗੇ ਹੋ, ਉਹ ਵੀ ਇਹਦੇ ਵਿੱਚ ਮਦਦ ਕਰਦੇ ਹੋਣਗੇ। ਤੇ ਸਾਨੂੰ ਇਹੀ ਚਾਹੀਦਾ ਕਿ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਇਹ ਹੈਲਪ ਕਰੀਏ, ਕਿਉਂਕਿ ਇਸ ਵੇਲੇ ਜਿਹੜਾ ਹੈਗਾ ਉਹ ਇਹ ਮੁੱਦਾ ਨਹੀਂ, ਇਸ ਵੇਲੇ ਤਾਂ ਇਨਸਾਨੀਅਤ ਦਾ ਮੁੱਦਾ ਹੈਗਾ। ਇਨਸਾਨੀਅਤ ਦੀ ਮਦਦ ਕਰਨੀ ਹੈਗੀ ਆ। ਤੇ ਮੈਨੂੰ ਪੂਰੀ ਆਸ ਹੈ, ਮੈਂ ਸਾਰਿਆਂ ਨਾਲੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕੁਲਵਿੰਦਰ ਸਿੰਘ ਜੀ, ਤੇ ਨਾਲ ਹੀ ਮੈਂ ਮਿਸਟਰ ਰੰਧਾਵਾ ਦਾ ਤੇ ਨਾਲ ਹੀ ਸਮੀਤ ਹੋਣਾ ਦਾ ਔਰ ਇਹਨਾਂ ਦੀ ਆਰਗੇਨਾਈਜੇਸ਼ਨ ਦਾ, ਕਿ ਜਿੰਨਾ ਤੁਸੀਂ ਯੋਗਦਾਨ ਪਾਇਆ ਇਹ ਤੁਸੀਂ ਜਿਹੜੇ ਹੈਗੇ ਵਧਾਈ ਦੇ ਪਾਤਰ ਹੋ। ਸੋ ਮੈਨੂੰ ਹੁਣ ਇੱਥੇ ਗੁਸਤਾਖੀ ਮਾਫ ਜੀ। ਇੱਕ ਧੰਨਵਾਦ ਸਾਹਿਬ, ਇੱਕ ਛੋਟਾ ਜਿਹਾ ਸਵਾਲ ਮੈਂ ਤੁਹਾਡੇ ਜਾਂਦੇ ਜਾਂਦੇ ਸ਼ੁਰੂ ਕਰਾਂਗਾ ਕਿ ਕੀ ਜਿਵੇਂ ਕਿ ਸਮੀਪ ਸਿੰਘ ਜੀ ਨੇ ਕਿਹਾ ਸੀਗਾ ਕਿ ਬਹੁਤ ਸਾਰੀਆਂ ਮੋਟੀਆਂ ਸਾਨੂੰ ਜਿਹੜੀਆਂ ਟਿਕਟਾਂ ਲੈਣੀਆਂ ਪੈ ਰਹੀਆਂ ਨੇ, ਕਈ ਲੋਕ ਅਫੋਰਡ ਨਹੀਂ ਵੀ ਕਰ ਸਕਦੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਅਫੋਰਡ ਕਰਨ ਇਹ ਸਾਰੀ ਇੰਨੀ ਮੋਟੀ ਟਿਕਟ? ਦੇਖੋ, ਅਸੀਂ ਤਾਂ ਉਹ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਵੀ ਅਸੀਂ ਜਿਹੜਾ ਹੈਗਾ $5000 ਜਿਹੜਾ ਵਾ ਪਰ ਪਰਸਨ ਜਿਹੜਾ ਉਹ ਅਸੀਂ, ਚਾਹੇ ਉਹ ਕਿਤੇ ਵੀ ਜਿਹੜਾ NRI ਬੈਠਾ, ਉਹਨਾਂ ਨੂੰ ਅਸੀਂ 6 ਮਹੀਨੇ ਲਈ ਬਿਨਾਂ ਇੰਟਰਸਟ ਦੇ ਜਿਹੜਾ ਲੋਨ ਆ ਉਹ ਅਸੀਂ ਦੇ ਰਹੇ ਹੈਗੇ। ਔਰ ਜਿਹੜੀਆਂ ਤੁਸੀਂ ਇਹ ਗੱਲ ਕਰਦੇ ਹੈਗੇ ਪ੍ਰਾਈਸ ਦੀ, ਕਿਉਂਕਿ ਫਲਾਈਟ ਹੈਗੀਆਂ ਨੇ ਚਾਰਟਰ ਫਲਾਈਟਸ, ਉਹਨਾਂ ਨੇ ਜਦੋਂ ਪੈਸੇਂਜਰ ਛੱਡ ਕੇ ਖਾਲੀ ਵਾਪਸ ਜਾਣਾ, ਉਹਦੇ ਵਿੱਚ ਅੱਗੇ ਜਿਹੜਾ ਸੀ ਕਾਰਗੋ ਆਉਂਦਾ ਸੀ, ਕਾਰਗੋ ਜਾਂਦਾ ਸੀ। ਸੋ ਇਹ ਇਸ ਵੇਲੇ ਕਾਸਟ ਹੀ ਹੈ, ਇਹਦੇ ਵਿੱਚ ਕੋਈ ਮਾਰਕਅਪ ਨਹੀਂ ਹੈਗਾ। ਜਿਹੜਾ ਮੈਂ ਪ੍ਰਾਈਸ ਦੇਖਦਾ ਹੁਣ $2900 ਹੈਗੀ ਆ, ਉਹ ਬੜੀ ਰੀਜ਼ਨੇਬਲ ਪ੍ਰਾਈਸ ਹੈਗੀ। ਮਿਸਟਰ ਰੰਧਾਵਾ ਦੱਸ ਸਕਦੇ ਨੇ ਕਿ ਜਿਹੜੀ ਅਮਰੀਕਾ ਫਲਾਈਟ ਆਈ ਸੀ ਤਕਰੀਬਨ ਉਹਦੀ ਕਾਸਟ ਜਿਹੜੀ ਸੀ $2800 US ਸੀਗੀ, ਤਕਰੀਬਨ 4000 ਕੈਨੇਡੀਅਨ ਡਾਲਰ ਜਿਹੜੀ ਆ ਉਹ ਬਣਦੀ ਹੈਗੀ ਆ। ਸੋ ਮੈਂ ਇਹੀ ਤੁਹਾਨੂੰ ਕਹਿਣਾ ਸੀ ਵੀ ਸਾਡੇ ਵੱਲੋਂ, ਸਾਡੀ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਹਰ ਕਿਸਮ ਦੀ ਮਦਦ ਜਿਹੜੀ ਆ, ਜਿਹੜੇ ਲੋਕ ਸਾਡੇ ਇੱਥੋਂ ਬਾਹਰ ਫਸੇ ਹੋਏ ਨੇ ਕੈਨੇਡਾ ਤੋਂ, ਉਹਨਾਂ ਦੀ ਮਦਦ ਅਸੀਂ ਕਰ ਰਹੇ ਹਾਂ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਗੁਸਤਾਖੀ ਮਾਫ। ਜੀ, ਬਹੁਤ ਬਹੁਤ ਸ਼ੁਕਰੀਆ ਧਾਲੀਵਾਲ ਸਾਹਿਬ ਆਪਣਾ ਸਾਨੂੰ ਕੀਮਤੀ ਸਮਾਂ ਦੇਣ ਦੇ ਲਈ। ਪਰ ਇੱਥੇ ਰੰਧਾਵਾ ਸਾਹਿਬ ਹੁਣ ਤੁਹਾਡੇ ਤੋਂ ਅਸੀਂ ਜ਼ਰੂਰ ਕਰਨਾ ਚਾਹਾਂਗਾ, ਕਿਉਂਕਿ ਮੈਂ ਧਾਲੀਵਾਲ ਸਾਹਿਬ ਨੂੰ ਇਜਾਜ਼ਤ ਦੇਵਾਂਗਾ ਕਿ ਉਹ ਬਿਲਕੁਲ ਜਾ ਸਕਦੇ ਨੇ। ਸਾਨੂੰ ਉਹਨਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ ਧਾਲੀਵਾਲ ਸਾਹਿਬ। ਸੋ ਰੰਧਾਵਾ ਸਾਹਿਬ, ਲਗਾਤਾਰ ਇੱਥੇ ਧਾਲੀਵਾਲ ਸਾਹਿਬ ਤਾਂ ਇੱਕ ਪਾਸੇ ਆਪਣੇ ਆਪ ਨੂੰ ਕਰ ਗਏ ਨੇ ਕਿ ਸਾਨੂੰ ਕੋਈ ਵੀ ਅਜਿਹੀਆਂ ਖਬਰਾਂ ਨਹੀਂ ਮਿਲੀਆਂ ਕਿ ਕੋਈ ਵੀ ਕੈਨੇਡੀਅਨ NRI ਦੇ ਨਾਲ ਕੋਈ ਘਟਨਾ ਵਾਪਰੀ ਹੋਵੇ। ਪਰ ਜਿਵੇਂ ਜਿਵੇਂ ਖਬਰਾਂ ਸਾਹਮਣੇ ਆ ਰਹੀਆਂ ਨੇ, ਲੋਕੀ ਤੁਹਾਨੂੰ ਅਪਰੋਚ ਕਰਕੇ ਜ਼ਰੂਰ ਦੱਸ ਰਹੇ ਨੇ। ਇਹਦਾ ਕੀ ਤੁਸੀਂ ਸਮਝਦੇ ਹੋ, ਇਹਦਾ ਕੀ ਰੀਜ਼ਨ ਕੀ ਹੈ? ਕਿਉਂਕਿ ਉਹਨਾਂ ਨੂੰ ਡਾਇਰੈਕਟਲੀ ਅਪਰੋਚ ਕਰਨਾ ਚਾਹੀਦਾ ਆਪਣੀਆਂ ਸਰਕਾਰਾਂ ਨੂੰ, ਆਪਣੀਆਂ ਸਰਕਾਰਾਂ ਤੱਕ ਉਹ ਅਪਰੋਚ ਨਹੀਂ ਕਰ ਪਾ ਰਹੇ। ਬਿਲਕੁਲ ਜੀ, ਉੱਥੇ ਕੋਈ, ਮੈਂ ਇੱਥੇ ਤੁਹਾਡੀ ਗੱਲ ਦਾ ਹੀ ਜਵਾਬ ਇਹ ਆਪਣੇ ਆਪ ਹੀ ਬਣਦਾ ਕਿ ਉੱਥੇ ਕੋਈ ਸਿਸਟਮ ਹੀ ਹੈ ਨਹੀਂਗਾ ਵੀ ਤੁਸੀਂ ਅਪਰੋਚ ਕਰ ਸਕੋ। ਉੱਥੇ ਪੰਜਾਬ 'ਚ ਖਾਸ ਤੌਰ ਤੇ, ਜਿਵੇਂ ਹੁਣ ਸਾਡੇ ਅਮਰੀਕਾ 'ਚ ਤਾਂ ਲਾਕਡਾਊਨ ਆ, ਪਰ ਪੰਜਾਬ 'ਚ ਇਸ ਤੋਂ ਬਿਲਕੁਲ ਹੀ ਉਲਟ ਬਹੁਤ ਸਖਤੀ ਜਿਹੜੀ ਹੁੰਦੀ ਆ, ਉਹਨੂੰ ਕਹਿੰਦੇ ਕਰਫਿਊ। ਤੁਸੀਂ ਕੋਈ ਵੀ ਬਿਨਾਂ ਇਜਾਜ਼ਤ ਤੋਂ ਕੋਈ ਵੀ ਜਿਹੜਾ ਉਹ ਬਾਹਰ ਨਹੀਂ ਜਾ ਸਕਦਾ। ਜਦੋਂ ਤੁਸੀਂ ਘਰ ਤੋਂ ਬਾਹਰ ਹੀ ਨਹੀਂ ਜਾ ਸਕਦੇ, ਤੁਸੀਂ ਕਿਸੇ ਨਾਲ ਅਪਰੋਚ ਕੀ ਕਰਨੀ ਆ? ਫੋਨ ਦਾ ਉੱਥੇ ਕੋਈ ਸਿਸਟਮ ਨਹੀਂ ਹੈਗਾ ਇਹੋ ਜਿਹਾ, ਕੋਈ ਉੱਥੇ ਈਮੇਲ ਜਾਂ ਆਨਲਾਈਨ ਕੋਈ ਇਹੋ ਜਿਹਾ ਸਿਸਟਮ ਨਹੀਂ ਹੈਗਾ ਵੀ ਤੁਸੀਂ ਆਪਣੀ ਕੋਈ ਅਪਰੋਚ ਜਿਹੜੀ ਆ ਉਹ ਆਮ ਅਫਸਰਾਂ ਤੱਕ ਜਾਂ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਤੱਕ ਜਿਹੜੀ ਉਹ ਪਹੁੰਚਾ ਸਕੋ। ਉਸ ਕਰਕੇ ਇਹ ਜਿਹੜੀ ਮਿਸਕਮਿਊਨੀਕੇਸ਼ਨ ਹੈਗੀ ਆ, ਫੋਨ ਤਾਂ ਸਾਰੇ ਚੱਲ ਰਹੇ ਹੈ, ਰੰਧਾਵਾ ਸਾਹਿਬ, ਫੋਨ ਤਾਂ ਸਾਰੇ ਚੱਲ ਰਹੇ ਹੈ, ਈਮੇਲ ਸਾਰੀਆਂ ਚੱਲ ਰਹੀਆਂ, ਇੰਟਰਨੈਟ ਤਾਂ ਹਰ ਪਾਸੇ ਚੱਲ ਰਿਹਾ, ਇੰਟਰਨੈਟ ਦੇ ਥਰੂ, ਟਵਿੱਟਰ ਦੇ ਜ਼ਰੂਰ ਜਿਹੜੇ ਥਰੂ ਆਪਣੇ ਐਮਪੀਜ਼ ਦੇ ਥਰੂ ਸਾਰੀਆਂ ਗੱਲਾਂ ਪਹੁੰਚਾ ਸਕਦੇ ਹੋ। ਮੇਰੇ ਇਹੋ ਮੈਂ ਤੁਹਾਨੂੰ ਕਹਿ ਰਿਹਾ ਜੀ, ਸਭ ਕੁਝ ਅਵੇਲੇਬਲ ਆ। ਇਹ ਨਹੀਂ ਹੈਗਾ ਵੀ ਹੈ ਨਹੀਂ, ਉੱਥੇ ਸਭ ਕੁਝ ਹੈਗਾ। ਰੌਲਾ ਇਹ ਆ ਵੀ ਉਹਦਾ ਰਿਸਪੌਂਸ ਹੈ ਨਹੀਂ ਕੋਈ ਅੱਗੇ। ਮੈਂ ਉਹਦੀ ਗੱਲ ਕਰ ਰਿਹਾ ਵੀ ਅੱਗੇ ਕੋਈ ਰਿਸਪੌਂਸ ਨਹੀਂ ਹੈਗਾ।
ਸਭ ਕੁਝ ਉੱਥੇ MLA ਵੀ ਹੈਗੇ ਆ, MPs ਵੀ ਹੈਗੇ ਆ। ਹਾਂ, ਬਸ ਮੈਂ ਨਾਲ ਦੀ ਨਾਲ ਇਹ ਵੀ ਦੂਜੀ ਗੱਲ ਕਹਿ ਦਿੰਦਾ ਵੀ ਹਰ ਇਲਾਕਾ ਨਹੀਂ ਇੱਕੋ ਜਿਹਾ ਹੁੰਦਾ, ਕੋਈ ਨਾ ਕੋਈ ਵਿੱਚ ਅਫਸਰ ਵੀ ਚੰਗੇ ਹੁੰਦੇ ਆ, ਕੋਈ ਨਾ ਕੋਈ ਲੀਡਰ ਵੀ ਚੰਗੇ ਹੁੰਦੇ ਆ, ਉਹ ਜ਼ਰੂਰ ਮਦਦ ਵੀ ਕਰਦੇ ਆ। ਪਰ ਜਿਹੜੀ ਮੈਂ ਬਹੁਤ ਗਿਣਤੀ ਦੀ ਗੱਲ ਕਰ ਰਿਹਾ ਕਿ ਆਮ ਲੋਕਾਂ ਨੂੰ ਜਿਹੜੀ ਉੱਥੇ ਇਸ ਵੇਲੇ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜਦੋਂ ਪਹਿਲੇ 2-3 ਸਾਡੇ ਸਾਰੇ ਸਾਹਮਣੇ ਜਿਹੜੀਆਂ ਉਹ ਵੀਡੀਓਜ਼ ਜਿਹੜੀਆਂ ਵਾਇਰਲ ਹੋ ਕੇ ਪਹੁੰਚੀਆਂ ਸੀ, ਅਸੀਂ ਉਹਦਾ ਸਾਰਿਆਂ ਨੇ ਤਮਾਸ਼ਾ ਦੇਖਿਆ। ਉਸ ਗੱਲ ਦਾ ਸੇਕ ਹਾਲੇ ਵੀ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਹੈਗਾ ਉਹ ਹੈਗਾ ਹਾਲੇ ਉੱਥੇ, ਕਿਉਂਕਿ ਉਹ ਲੋਕੀ ਡਰੇ ਹੋਏ ਆ ਵੀ ਜੇ ਅਸੀਂ ਬਾਹਰ ਨੂੰ ਚਲੇ ਗਏ ਪਤਾ ਨਹੀਂ ਸਾਡੇ ਨਾਲ ਕੀ ਬਿਹੇਵ ਕੀਤਾ ਜਾਣਾ। ਇਸ ਕਰਕੇ ਉਹ ਬਾਹਰ ਨਹੀਂ ਨਿਕਲਦੇ ਤੇ ਕਿਸੇ ਨਾਲ ਕੰਟੈਕਟ ਕੀ ਕਰਨਾ ਉਹਨਾਂ ਨੇ। ਉਸ ਕਰਕੇ ਉਹ ਜਿਹੜਾ ਡਰ ਦਾ ਮਾਹੌਲ ਜਿਹੜਾ ਨਾ ਉੱਥੇ ਕ੍ਰੀਏਟ ਹੋਇਆ ਹੋਇਆ। ਜਾਂ ਤਾਂ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਜਿਹੜੀ ਪੰਜਾਬ ਗੌਰਮੈਂਟ ਖਾਸ ਤੌਰ ਤੇ ਉਹਨਾਂ ਨੂੰ ਕੋਈ ਲਿਮਿਟ ਰੱਖਣੀ ਚਾਹੀਦੀ ਹੈ ਵੀ ਜੇ ਅੱਜ ਚਲੋ ਫਰਜ਼ ਕੀਤਾ ਕਾਫੀ ਦਿਨ ਹੋ ਗਏ ਆ, 15 ਦਿਨ ਮੇਰੇ ਖਿਆਲ ਤੋਂ ਉੱਪਰ ਹੋ ਗਏ ਹੋਣੇ ਕਰਫਿਊ ਲੱਗੇ ਨੂੰ, ਕੋਈ ਨਾ ਕੋਈ ਇੱਕ ਅੱਧਾ ਦਿਨ ਜਾਂ 6 ਘੰਟੇ ਜਾਂ 8 ਘੰਟੇ ਕੋਈ ਢਿੱਲ ਦੇ ਦੇਣ ਵੀ ਜਿਹੜੇ ਭਾਈ ਤੁਹਾਡੇ ਜਿਹੜੇ ਕੰਮ ਫਸੇ ਹੋਏ ਆ ਤੁਸੀਂ ਉਹ ਕਰ ਲਵੋ, ਤੇ ਉਸ ਤੋਂ ਬਾਅਦ ਦੁਬਾਰਾ ਫੇਰ ਲਾ ਦੇਣ। ਮਤਲਬ ਕੁਛ ਨਾ ਕੁਛ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਜਾਵੇ, ਲੋਕਾਂ ਨੂੰ ਥੋੜੀ ਬਹੁਤੀ ਫਲੈਕਸੀਬਿਲਿਟੀ ਜਿਹੜੀ ਆ ਉਹ ਜ਼ਰੂਰ ਹੋਵੇ। ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਉਧਰਲੇ ਜਿਹੜੇ ਲੋਕ ਆ ਉਹ ਬਹੁਤੇ ਡਿਸਪਲਿਨਡ ਨਹੀਂ ਹੈਗੇ, ਉਹਨਾਂ ਦੀ ਆਪਣੀ ਜਿਹੜੀ ਇਹ ਕਾਰਗੁਜ਼ਾਰੀ ਆ ਉਹ ਵੀ ਇੱਕ ਮਾਰ ਦਾ ਕਾਰਨ ਉਹਨਾਂ ਨੂੰ ਪਈ ਆ। ਕਿਉਂਕਿ ਜੇ ਤੁਹਾਨੂੰ ਹੁਣ ਜਿਵੇਂ ਆਪਣੇ ਆ ਇੱਥੇ ਅਮਰੀਕਾ 'ਚ, ਤੁਸੀਂ ਇੱਥੇ ਰਹਿੰਦੇ ਹੋ, ਕੈਲੀਫੋਰਨੀਆ ਰਹਿੰਦੇ ਹੋ, ਸਾਰਾ ਦੇਖਿਆ ਕਿ ਜਿਹੜਾ ਲਾਕਡਾਊਨ ਦਾ ਮਤਲਬ ਆ ਲੋਕਾਂ ਨੂੰ ਸਮਝਾ ਦੇਣਾ, ਲੋਕੀ ਆਪਣੇ ਆਪ ਜਿਹੜੇ ਰੂਲਸ ਆ ਉਹ ਫੋਲੋ ਕਰਦੇ ਆ। ਸਾਡੇ ਉੱਥੇ ਜਿਹੜਾ ਹੈਗਾ ਕਰਫਿਊ ਲੱਗਿਆ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਲੋਕ ਫੋਲੋ ਨਹੀਂ ਕਰਦੇ, ਉਸ ਕਰਕੇ ਉਹਨਾਂ ਨੂੰ ਵੀ ਕੁਝ ਗਲਤੀਆਂ ਲੋਕਾਂ ਦੀਆਂ ਆਪਣੀਆਂ ਵੀ ਹੈਗੀਆਂ ਵੀ ਜੇ ਉਹਨਾਂ ਨੇ ਰੂਲ ਫੋਲੋ ਨਹੀਂ ਕੀਤੇ, ਉਹਨਾਂ ਤੇ ਸਖਤੀ ਵੀ ਕੀਤੀ ਗਈ, ਉਹ ਸਖਤੀ ਦਾ ਨਤੀਜਾ ਜਿਹੜਾ ਹੁਣ ਸਾਹਮਣੇ ਆ ਰਿਹਾ ਉਹਨਾਂ ਦੇ। ठीक है गुमटाला साहब, जाते जाते एक आखिरी सवाल मैं तुहाडे तो जरूर करना चाहांगा, क्योंकि ये कहना तो बहुत औखा है कि लॉकडाउन कदों खुलेगा, क्योंकि सरकारां दा ही ये आखिरी फैसला हुंदा है। पर की क्योंकि तुसी फ्लाई अमृतसर इनिशिएटिव दे नाल जुड़े होए, वक्-वक् सरकारां दे नाल वक्-वक् ਜਿਹੜੀਆਂ ਨੇ 에ਅਰਲਾਈਨਸ ਦੇ ਨਾਲ ਤੁਹਾਡਾ ਰਾਬਤਾ ਕਾਇਮ ਰਹਿੰਦਾ, ਕਿ ਉਹਨਾਂ ਵੱਲੋਂ ਕੋਈ ਤੁਹਾਨੂੰ ਕੋਈ ਸੂਚਨਾ ਮਿਲੀ ਹੈ, ਉਹਨਾਂ ਵੱਲੋਂ ਕੋਈ ਗੱਲਾਂ ਸਾਂਝੀਆਂ ਹੋਈਆਂ ਨੇ ਕਿ ਕਦੋਂ ਤੱਕ ਉਡਾਨਾਂ ਮੁੜ ਤੋਂ ਸ਼ੁਰੂ ਹੋ ਸਕਦੀਆਂ ਨੇ? ਮਹੀਨਾ, 2 ਮਹੀਨੇ, 3 ਮਹੀਨੇ, ਕਦੋਂ ਤੱਕ ਜਿਹੜੇ ਨੇ ਲੋਕ ਆਪਣੇ ਆਪਣੇ ਘਰਾਂ ਨੂੰ ਪਹੁੰਚ ਸਕਦੇ? ਹਰ ਕੋਈ ਅਫੋਰਡ ਨਹੀਂ ਕਰ ਸਕਦੇ ਇੰਨੀਆਂ ਚਾਰਟਰ ਫਲਾਈਟਸ ਦੀਆਂ। ਹਾਂਜੀ, ਜਿਹੜੀ ਲੇਟੈਸਟ ਅਪਡੇਟ ਹੈ ਜੀ, ਉਹ ਜਿਹੜੀ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਜਿਹੜੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ 3 ਮਈ ਦੀ ਰਾਤ ਤੱਕ ਪੂਰੀਆਂ ਡੋਮੈਸਟਿਕ ਤੇ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੇ ਉਹ ਬੰਦ ਨੇ। ਤੇ ਹੁਣ ਉਹਨਾਂ ਨੇ 에ਅਰਲਾਈਨਸ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਸੀ, ਪਰ ਹੁਣ ਮੈਂ ਦੱਸ ਦੇਵਾਂ ਕੱਲ ਹੀ ਸਾਰਾ ਜਿਹੜੇ ਮੰਤਰੀ ਸਾਹਿਬ ਪੂਰੀ ਨੇ ਮਿਨਿਸਟਰ ਆਫ ਸਿਵਲ ਐਵੀਏਸ਼ਨ ਉਹਨੇ ਅਨਾਉਂਸ ਕੀਤਾ ਹੈ ਕਿ ਕੋਈ ਬੁਕਿੰਗ ਹਾਲੇ ਤੱਕ ਨਾ ਕੀਤੀ ਜਾਵੇ। ਸੋ 에ਅਰ ਇੰਡੀਆ ਨੇ ਆਪਣੀ ਕੋਈ ਵੀ ਨਵੀਂ ਬੁਕਿੰਗ 31 ਮਈ ਤੱਕ, ਜਿਨ੍ਹਾਂ ਕੋਲ ਟਿਕਟਾਂ ਹੈਗੀਆਂ ਸੀ 31 ਮਈ ਤੱਕ ਉਹ ਕੋਈ ਨਵੀਂ ਬੁੱਕ ਨਹੀਂ ਕਰ ਰਹੇ, ਜਿਨ੍ਹਾਂ ਕੋਲ ਹੈਗੀਆਂ ਸੀ ਉਹ ਅਲੱਗ ਗੱਲ ਹੈ। ਪਰ ਇਸੇ ਤਰ੍ਹਾਂ 16 ਮਈ ਤੱਕ ਸਪਾਈਸ ਜੈਟ ਤੇ ਹੋਰ ਜਿਹੜੇ 에ਅਰਲਾਈਨਸ ਨੇ, 에ਅਰ ਕੈਨੇਡਾ ਨੇ ਆਪਣੀਆਂ ਫਲਾਈਟਸ 31 ਮਈ ਤੱਕ ਇੰਡੀਆ ਨੂੰ ਕੈਂਸਲ ਕਰ ਦਿੱਤੀਆਂ, ਲੁਫਥਾਂਜ਼ਾ ਨੇ ਵੀ, KLM ਨੇ ਵੀ, ਦੇ ਐਂਡ ਤੱਕ ਸਾਰੇ ਨੇ ਫਲਾਈਟ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਜੇ ਕਿ ਫਲਾਈਟਸ ਕਦੋਂ ਤੱਕ ਹਾਲੇ ਵੀ ਕੈਂਸਲ ਹੋ ਸਕਦੀਆਂ। ਤੇ ਮੈਨੂੰ ਜਿੱਥੋਂ ਪਰਸਨਲ ਮੇਰਾ ਜੋ ਕੁਝ 에ਅਰਲਾਈਨ ਦੀ ਹੈ, ਜੇਕਰ ਲਾਕਡਾਊਨ ਖੁੱਲੇਗਾ ਉਹ ਕੁਝ ਡੋਮੈਸਟਿਕ ਫਲਾਈਟਸ ਲਈ ਭਾਵੇਂ ਖੁੱਲੇਗਾ, ਤੇ ਡੋਂਟ ਟੇਕ ਮਾਈ ਵਰਡ ਔਨ ਇਟ ਮੇਰੇ ਕਹਿਣ ਤੇ, ਪਰ ਜੋ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਉਹ ਇਹੀ ਹੈ ਕਿ ਮਈ ਵਿੱਚ ਜੇ ਥੋੜਾ ਕੁਝ ਕੀਤਾ ਗਿਆ ਤੇ ਉਹ ਹੋ ਸਕਦਾ ਹੈ ਕੁਝ ਘਰੇਲੂ ਕੁਝ ਉਡਾਨਾਂ ਜਿਹੜੀਆਂ ਥੋੜੀਆਂ ਅਲਾਓ ਕੀਤੀਆਂ ਜਾਣ, ਪਰ ਜੂਨ ਤੱਕ ਮੇਰੇ ਖਿਆਲ ਨਾਲ ਕੋਈ ਇੰਟਰਨੈਸ਼ਨਲ ਫਲਾਈਟ ਮੇਰੇ ਖਿਆਲ ਨਾਲ ਨਹੀਂ 1 ਜੂਨ ਤੱਕ ਸ਼ੁਰੂ ਹੋਏਗੀ। ਸੋ ਬਹੁਤ ਬਹੁਤ ਸ਼ੁਕਰੀਆ ਗੁਮਟਾਲਾ ਸਾਹਿਬ, ਔਰ ਬਹੁਤ ਸ਼ੁਕਰੀਆ ਗੁਮਟਾਲਾ ਸਾਹਿਬ, ਬਹੁਤ ਸ਼ੁਕਰੀਆ ਗੁਰਜਤਿੰਦਰ ਸਿੰਘ ਰੰਧਾਵਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਔਰ ਧਾਲੀਵਾਲ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ। ਉਹਨਾਂ ਨੂੰ ਅੱਜ ਜਾਂਦੇ ਆਂਦੇ ਮੈਂ ਦਰਸ਼ਕਾਂ ਨੂੰ ਸਿਰਫ ਇਹ ਕਹਿਣਾ ਚਾਹਾਂਗਾ ਕਿ ਹਾਲੇ ਘਰੇਲੂ ਉਡਾਨਾਂ ਵਿੱਚ ਸਮਾਂ ਜ਼ਰੂਰ ਹੈ, ਘਰੇਲੂ ਉਡਾਨਾਂ ਹੋ ਸਕਦਾ ਹੈ ਕਿ ਛੇਤੀ ਸ਼ੁਰੂ ਹੋ ਜਾਣ, ਪਰ ਇੰਟਰਨੈਸ਼ਨਲ ਫਲਾਈਟਸ ਲਈ ਤੁਹਾਨੂੰ ਹਾਲਾਂ ਹੋਰ ਇੰਤਜ਼ਾਰ ਕਰਨਾ ਪਏਗਾ, ਲੰਮਾ ਇੰਤਜ਼ਾਰ ਕਰਨਾ ਪੈ ਸਕਦਾ, ਕਿਉਂਕਿ ਜਦ ਤੱਕ ਵਾਇਰਸ ਦਾ ਕੋਈ ਪੁਖਤਾ ਅੰਤ ਨਹੀਂ ਵਿਖਾਈ ਦਿੰਦਾ ਸਰਕਾਰਾਂ ਨੂੰ, ਉਦ ਤੱਕ ਹੋ ਸਕਦਾ ਹੈ ਕਿ ਇੰਟਰਨੈਸ਼ਨਲ ਫਲਾਈਟਸ ਤੋਂ ਤੁਹਾਨੂੰ ਵਾਂਝਾ ਰਹਿਣਾ ਪਏ। ਤੁਹਾਨੂੰ ਤੁਸੀਂ ਜਿੱਥੇ ਹੋ ਉੱਥੇ ਹੀ ਰਹੋ, ਬਾਹਰ ਨਾ ਨਿਕਲੋ ਅਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਜ਼ਰੂਰ ਰੱਖੋ, ਕਿਉਂਕਿ ਸਰਕਾਰਾਂ ਵੱਲੋਂ ਇਹਤਿਆਤ ਵਜੋਂ ਤੁਹਾਨੂੰ ਸਮੇਂ ਤੇ ਜਿਹੜੇ ਨੇ ਨੋਟਿਸ ਜ਼ਰੂਰ ਦਿੱਤੇ ਜਾ ਰਹੇ ਨੇ, ਅਪਡੇਟਸ ਜ਼ਰੂਰ ਦਿੱਤੇ ਜਾ ਰਹੇ ਨੇ, ਸੁਝਾਅ ਜ਼ਰੂਰ ਦਿੱਤੇ ਜਾ ਰਹੇ ਨੇ ਕਿ ਆਖਰ
ਜੇਕਰ ਤੁਸੀਂ ਕਿਤੇ ਫਸੇ ਹੋਏ ਹੋ ਤਾਂ ਤੁਸੀਂ ਉਹਨਾਂ ਦੀ ਮਦਦ ਲੈ ਸਕਦੇ ਹੋ। ਕਿਸ ਤਰ੍ਹਾਂ ਮਦਦ ਲੈ ਸਕਦੇ ਹੋ? ਵੱਖ-ਵੱਖ ਟਵਿੱਟਰ ਹੈਂਡਲਸ ਉਹਨਾਂ ਦੇ ਹੈਗੇ ਨੇ, ਸਰਕਾਰਾਂ ਦੇ ਵੱਖ-ਵੱਖ ਉਹਨਾਂ ਦੀਆਂ ਵੈਬਸਾਈਟਸ ਨੇ, ਉਹਨਾਂ ਦੀਆਂ ਵੈਬਸਾਈਟ ਤੇ ਜਾ ਕੇ ਕੋਈ ਵੀ ਜੇਕਰ ਤੁਹਾਨੂੰ ਪ੍ਰੋਬਲਮ ਹੈ ਤਾਂ ਤੁਸੀਂ ਉਹਨਾਂ ਨਾਲ ਸਾਂਝਾ ਕਰ ਸਕਦੇ ਹੋ। ਔਰ ਸਾਡੇ ਚੜ੍ਹਦੀ ਕਲਾ ਫੇਸਬੁੱਕ ਤੇ ਵੀ ਮੈਸੇਜ ਪਾ ਕੇ ਤੁਸੀਂ ਸਾਨੂੰ ਆਪਣੀਆਂ ਪ੍ਰੋਬਲਮ ਸਾਂਝਾ ਕਰ ਸਕਦੇ ਹੋ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਆਵਾਜ਼ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਈਏ। ਸਾਡਾ ਫੇਸਬੁੱਕ ਪੇਜ ਹੈ ਚੜ੍ਹਦੀ ਕਲਾ ਟਾਈਮ ਟੀਵੀ ਲਾਈਵ, ਅਤੇ ਨਾਲ ਹੀ ਸਾਡਾ ਦੂਸਰਾ ऑफिशियल पेज है चढ़ती कला टाइम टीवी नॉर्थ अमेरिका। इस तो अलावा तुसी मैंने फेसबुक पेज बलिंदर सिंह राही भी संपर्क कर सकते हो। एक बार फिर जाते आते सुख धालीवाल साहब मैंबर पार्लीमेंट कैनेडा, ਅਤੇ ਉਸ ਤੋਂ ਇਲਾਵਾ ਗੁਰਜਤਿੰਦਰ ਸਿੰਘ ਰੰਧਾਵਾ ਜੋ ਸੀਨੀਅਰ ਜਰਨਲਿਸਟ ਨੇ, ਅਤੇ ਸਮੀਪ ਸਿੰਘ ਗੁਮਟਾਲਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜੇ ਰਹਿਣ ਦੇ ਲਈ।